to Wellness Vibes on Shelly Kaur Show. कहते ने फ़र्क होता है खुदा में और फ़कीर में, फ़र्क होता है किस्मत में और लकीर में, और अगर जो आप चाहते हो जीवन में वो ना मिले तो समझ लो कुछ और ही लिखा है तकदीर में। तकदीरां दी असीं अज गल्लां करांगे। डेस्टिनी, लक, किस्मत ये सब की है ते किस तरीके नाल ये ਜਿਹੜੇ ਸਾਰੇ ਪਲੈਨਟਸ ਨੇ, ਸਨ, ਮੂਨ, ਨਕਸ਼ਤਰ, ਇਹ ਸਭ ਇਹ ਕਿਸ ਤਰ੍ਹਾਂ ਸਾਡੇ ਉੱਪਰ ਆਉਂਦੇ ਨੇ, ਉਹਨਾਂ ਦਾ ਇਫੈਕਟ ਕੀ ਹੁੰਦਾ ਹੈ ਤੇ ਇਹਨਾਂ ਸਾਰੀ ਚੀਜ਼ਾਂ ਨੂੰ ਕਿੰਨਾ ਅਸੀਂ ਸਮਝਦੇ ਆ ਤੇ ਇਹਨਾਂ ਦੀ ਨੌਲੇਜ ਸਾਨੂੰ ਕਿੰਨੀ ਜ਼ਰੂਰਤ ਹੈਗੀ ਹੈ ਆਪਣੀ ਜ਼ਿੰਦਗੀ ਨੂੰ ਬੈਟਰ ਕਰਨ ਵਾਸਤੇ। ਕਿਉਂਕਿ ਹਰ ਇੱਕ ਐਪੀਸੋਡ ਦੇ ਵਿੱਚ ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਕੁਝ ਐਸੇ ਵਿਚਾਰ ਅਸੀਂ ਸਾਂਝੇ ਕਰੀਏ ਜਿਹਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਦੀ ਕੁਆਲਿਟੀ ਹੈ ਹਮੇਸ਼ਾ ਪਹਿਲੇ ਨਾਲੋਂ ਬੈਟਰ ਹੋਏ। ਬਿਕੋਜ਼ ਆਈ ਥਿੰਕ ਜ਼ਿੰਦਗੀ ਦੇ ਵਿੱਚ ਅਸੀਂ ਜਿੰਨਾ ਲਰਨ ਕਰੀਏ, ਜਿੰਨਾ ਸਾਨੂੰ ਪਤਾ ਹੋਏ ਉਹਨਾਂ ਬੈਟਰ ਰਹਿੰਦਾ। ਕਿਤਾਬਾਂ ਅਸੀਂ ਪੜ੍ਹਨੇ ਆ, ਕਦੀ ਕਦੀ ਜੀਵਨ ਦੇ ਵਿੱਚ ਇਹ ਬਾਕੀ ਚੀਜ਼ਾਂ ਦੀ, ਸਾਡੀ ਐਨਰਜੀ ਦੀ, ਪਲੈਨਟਸ ਦੀ ਕਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਦਾ ਇਫੈਕਟ ਹੁੰਦਾ ਤੇ ਉਹ ਅਸੀਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਫਰੋਮ ਮਿਸਟਰ ਸੰਜੀਵ ਕਟੋਚ। ਸੰਜੀਵ ਕਟੋਚ ਜੀ, ਸਤਿ ਸ਼੍ਰੀ ਅਕਾਲ ਐਂਡ ਵੈਲਕਮ। ਥੈਂਕ ਯੂ ਸ਼ੈਲੀ ਜੀ ਫॉर ਹੈਵਿੰਗ ਮੀ ਇਨ ਦਿਸ ਸ਼ੋ। ਐਂਡ ਮੈਂ ਇਹਨਾਂ ਨੂੰ ਇੰਟਰੋਡਿਊਸ ਜ਼ਰੂਰ ਕਰਾਉਣਾ ਚਾਹਾਂਗੀ। ਜਦੋਂ ਮੈਂ ਇਹਨਾਂ ਨੂੰ ਗੱਲ ਕਰਦੇ ਸੁਣਿਆ ਸੀਗਾ ਮਿਸਟਰ ਸੰਜੀਵ ਕਟੋਚ ਨੂੰ, ਤੇ ਆਈ ਥਿੰਕ ਮੈਂ ਕਿਸੇ ਚੈਨਲ ਤੇ ਇਹਨਾਂ ਨੂੰ ਦੇਖ ਰਹੀ ਸੀਗੀ ਤੇ ਬਹੁਤ ਵਧੀਆ ਬੋਲ ਰਹੇ ਸੀਗੇ। ਹੀ ਇਜ਼ ਅ ਅਕਾਊਂਟੈਂਟ। ਆਈ ਥਿੰਕ 15 ਸਾਲਾਂ ਤੋਂ ਇਹਨਾਂ ਨੇ ਆਪਣੀ ਅਕਾਊਂਟੈਂਸੀ ਦਾ ਵੀ ਬਿਜ਼ਨਸ ਕੀਤਾ ਇੰਡੀਆ ਦੇ ਵਿੱਚ ਤੇ ਇੱਥੇ ਵੀ ਇਹਨਾਂ ਦਾ ਆਪਣਾ ਬਿਜ਼ਨਸ ਹੈ। ਸੋ ਜੋ ਇਹਨਾਂ ਦੀ ਐਸਟ੍ਰੋਲੋਜੀ ਹੈਗੀ, ਜਿਹੜਾ ਪੈਸ਼ਨ ਹੈ ਅਬਾਊਟ ਐਸਟ੍ਰੋਲੋਜੀ, ਜਦੋਂ ਕਿਸੇ ਦਾ ਪੈਸ਼ਨ ਹੁੰਦਾ ਨਾ ਐਸਟ੍ਰੋਲੋਜੀ ਦੇ ਵਿੱਚ ਜਾਂ ਕਿਸੇ ਹੋਰ ਚੀਜ਼ ਦੇ ਵਿੱਚ, ਤੇ ਫਿਰ ਇਟਸ ਨਾਟ ਅ ਬਿਜ਼ਨਸ, ਦੈਟ ਇਜ਼ ਅ ਪੈਸ਼ਨ। ਤੇ ਜਦੋਂ ਕਿਸੇ ਨੂੰ ਪੈਸ਼ਨ ਹੁੰਦਾ ਤੇ ਫਿਰ ਗੱਲ ਕਰਨੀ ਬਣਦੀ ਹੈ, ਕਿਉਂਕਿ then he is approaching that subject from a very very different point of view। ਤੇ ਅੱਜ ਇਹਨਾਂ ਕੋਲੋਂ ਅਸੀਂ ਜਾਣਾਂਗੇ ਕਿ ਇਹਨਾਂ ਨੇ ਸਟੱਡੀ ਕਿੱਥੋਂ ਕੀਤੀ। ਜੋ ਮੈਨੂੰ ਥੋੜ੍ਹਾ ਬਹੁਤ ਪਤਾ ਇਹਨਾਂ ਦੇ ਬਾਰੇ ਉਹ ਇਹ ਹੈਗਾ ਕਿ ਇਹਨਾਂ ਨੇ ਆਪਣੀ ਜਿੰਨੀ ਵੀ ਨੌਲੇਜ ਹੈਗੀ ਹੈ ਜੋਤਿਸ਼ੀ ਦੀ, ਜੋਤਿਸ਼ ਵਿਦਿਆ ਦੀ, ਇਹਨਾਂ ਨੇ ਚੰਡੀਗੜ੍ਹ ਤੋਂ ਲਿੱਤੀ, ਆਪਣੇ ਗੁਰੂਆਂ ਕੋਲੋਂ ਲਿੱਤੀ ਤੇ ਉਸ ਤੋਂ ਬਾਅਦ ਆਪਣੇ ਪੈਸ਼ਨ ਨੂੰ ਫੋਲੋ ਕੀਤਾ। ਹੀ ਹੈਜ਼ ਅ ਲਾਰਜ ਕਲਾਇੰਟੇਲ ਆਲ ਓਵਰ ਵੈਂਕੂਵਰ। ਬਹੁਤ ਫੋਨ 'ਤੇ ਵੀ ਗੱਲਬਾਤ ਕਰਦੇ ਨੇ ਤੇ ਬਹੁਤ ਸਾਰੇ ਲੋਕ ਇਹਨਾਂ ਨੂੰ ਮਿਲਦੇ ਵੀ ਨੇ। ਇਹਨਾਂ ਨੇ ਬਹੁਤ ਸਾਰੇ ਲੋਕਾਂ ਦੀ ਲਾਈਫਸ ਵੀ ਚੇਂਜ ਕੀਤੀਆਂ ਨੇ ਤੇ ਇਹਨਾਂ ਕੋਲੋਂ ਹੀ ਜਾਣਦੇ ਆ। ਸੋ ਸੰਜੀਵ ਜੀ, ਐਸਟ੍ਰੋਲੋਜੀ ਬਹੁਤ ਹੀ ਇੰਟਰਸਟਿੰਗ, ਅਪੀਲਿੰਗ ਸਬਜੈਕਟ ਹੈਗਾ, ਪਰ ਕੁਐਸਚਨਸ ਮੇਰੇ ਕੋਲ ਬਹੁਤ ਨੇ ਕਿਉਂਕਿ ਜਦੋਂ ਅਸੀਂ ਵੈਸਟਰਨ ਕਲਚਰ ਦੇ ਵਿੱਚ ਆ ਜਾਂਦੇ ਹਾਂ ਤੇ ਉਦੋਂ ਅਫਕੋਰਸ ਮੈਨੂੰ ਇਹ ਵੀ ਸੁਣਨ ਨੂੰ ਮਿਲਦਾ ਕਿ ਨਹੀਂ, ਅਸੀਂ ਐਸਟ੍ਰੋਲੋਜੀ ਦੇ ਬਾਰੇ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇੱਥੇ ਜ਼ਿਆਦਾ ਮਟੀਰੀਅਲਿਸਟਿਕ ਵਰਲਡ ਹੈਗਾ, ਹੈ ਨਾ, ਜ਼ਿਆਦਾ ਸਾਇੰਸ ਜਾਂ ਮਟੀਰੀਅਲਿਸਟਿਕ। ਪਰ ਨੋਇੰਗ ਮਾਈ ਬੈਕਗਰਾਊਂਡ ਆਈ ਡੂ ਵਾਂਟ ਟੂ ਬਿਲੀਵ ਇਨ ਦਿਸ। ਪਰ ਮੈਨੂੰ ਇਹ ਦੱਸੋ ਕਿ ਜਿਹੜੀ ਇਹ ਐਸਟ੍ਰੋਲੋਜੀ ਹੈ, ਐਸਟਰੀ ਇਜ਼ ਅ ਗ੍ਰੀਕ ਵਰਡ, ਹੈ ਨਾ, ਇਟਸ ਅ ਗ੍ਰੀਕ ਵਰਡ। ਤੇ ਐਸਟ੍ਰੋਲੋਜੀ ਗ੍ਰੀਕ ਵਰਡ ਫॉर ਸਟਾਰਸ, ਐਂਡ ਐਸਟ੍ਰੋਲੋਜੀ ਮਤਲਬ ਹੋ ਗਈ ਸਟੱਡੀ ਆਫ ਸਟਾਰਸ, ਸਟੱਡੀ ਆਫ ਸਟਾਰਸ। ਇਹ ਫਿਰ ਇੰਨਾ ਕੰਟਰੋਵਰਸ਼ੀਅਲ ਕਿਉਂ ਹੈ ਜਦੋਂ ਇਹਦੀ ਅਪੀਲ ਯੂਨੀਵਰਸਲ ਇੰਨੀ ਹੈਗੀ? 70 ਮੈਂ ਪੜ੍ਹ ਰਹੀ ਸੀ ਕਿਤੇ 70 ਮਿਲੀਅਨ US ਦੇ ਵਿੱਚ ਲੋਕੀ ਆਪਣੇ ਹੋਰੋਸਕੋਪ ਨੂੰ ਪੜ੍ਹਦੇ ਤੇ ਇੰਡੀਆ ਦੇ ਵਿੱਚ ਤਾਂ ਪਤਾ ਨਹੀਂ ਕਿੰਨੇ। ਮੇਰੀ ਮਾਮਾ ਤੇ ਰੋਜ਼ ਪੜ੍ਹਦੇ ਫਿਰ ਉਸ ਤੋਂ ਬਾਅਦ ਆਪਣਾ ਦਿਨ ਚਲਾਉਂਦੇ ਆ। ਪਰ ਉਸ ਦੇ ਬਾਵਜੂਦ ਵੀ ਇੰਨਾ ਕੰਟਰੋਵਰਸ਼ੀਅਲ ਸਬਜੈਕਟ ਕਿਉਂ ਹੈ ਐਸਟ੍ਰੋਲੋਜੀ? ਦੇਖੋ ਜੀ, ਇੱਦਾਂ ਹੈ ਕਿ ਮਟੀਰੀਅਲਿਜ਼ਮ, ਔਰ ਜਦੋਂ ਅਸੀਂ ਇੰਨੀ ਜ਼ਿਆਦਾ ਤਰੱਕੀ ਕਰ ਲਈ, ਅੱਗੇ ਵੱਧ ਗਏ, ਰਫ਼ਤਾਰ ਵੱਧ ਗਈ ਜ਼ਿੰਦਗੀ ਦੀ, ਤੇ ਜਿਹੜੀਆਂ ਕੁਝ ਬੇਸਿਕ ਚੀਜ਼ਾਂ ਹੈਗੀਆਂ ਉਸ ਤੋਂ ਅੱਗੇ ਵੱਧ ਗਈ, ਆਪਣੇ ਆਪ ਨੂੰ ਇੰਨਾ ਜ਼ਿਆਦਾ ਮਸਰੂਫ ਕਰ ਲਿਆ, ਔਰ ਅਸੀਂ ਜਿਹੜੇ ਮੂਲਭੂਤ ਜਿਹੜੀਆਂ ਚੀਜ਼ਾਂ ਜਿੱਦਾਂ ਐਸਟ੍ਰੋਨੋਮੀ, ਐਸਟ੍ਰੋਲੋਜੀ ਹੋ ਗਈ, ਬਿਲੀਫ ਸਿਸਟਮ ਹੋ ਗਿਆ, ਉਸ ਚੀਜ਼ ਨੂੰ ਆਪਾਂ ਇਗਨੋਰ ਕੀਤਾ ਜਾਂ ਕਹਿ ਲਓ ਕਿ ਇੰਨਾ ਧਿਆਨ ਨਹੀਂ ਦੇ ਪਾਏ। ਹੁਣ ਅਸੀਂ ਲਾਈਕ ਇੱਦਾਂ ਹੈ ਕਿ ਹੁਣ ਵੀ ਆਰ ਗੋਇੰਗ ਬੈਕ ਟੂ ਦੋਜ਼ ਥਿੰਗਸ ਅਗੇਨ। ਯੈਸ ਯੈਸ। ਐਸਟ੍ਰੋਲੋਜੀ ਤੇ ਜਿਹੜਾ ਤੁਸੀਂ ਕੁਐਸਚਨ ਕੀਤਾ, ਇੰਨੀ ਰਿਸਪੈਕਟ ਕਿਉਂ ਨਹੀਂ? ਇਹਦੇ ਵਿੱਚ ਕਈ ਚੀਜ਼ਾਂ ਜੁੜੀਆਂ ਹੋਈਆਂ ਹੈ ਕਿ ਇਹਨੂੰ ਕਮਰਸ਼ੀਅਲਾਈਜ਼ ਇਸ ਤਰ੍ਹਾਂ ਕੀਤਾ ਗਿਆ, ਔਰ ਇਹ ਕਿਸੇ ਨਾ ਕਿਸੇ ਹੱਦ ਤੱਕ ਇਹਨੂੰ ਸਪਰੈਸ ਵੀ ਕੀਤਾ ਗਿਆ ਕਿਸੇ ਲੈਵਲ ਦੇ ਉੱਤੇ। ਪਰ ਉਹ ਕਿਉਂ? ਉਹ ਇਸ ਕਰਕੇ ਕਿ ਕਈ ਚੀਜ਼ਾਂ ਦੇਖੋ, ਜਿਹੜੇ ਅੱਜ ਵੀ ਕਲਾਇੰਟੇਲਸ ਮੇਰੇ ਵੀ ਜਾਂ ਦੁਨੀਆ ਦੇ ਵਿੱਚ ਵੀ ਕਈ ਵੱਡੇ ਵੱਡੇ ਲੋਕੀ ਹੈਗੇ ਆ ਜਾਂ ਜਿਹੜੇ ਬੜੇ ਸਕਸੈਸਫੁਲ ਆਪਣੀ ਫੀਲਡ, ਲਗਭਗ ਸਾਰੇ ਹੀ ਐਸਟ੍ਰੋਲੋਜੀ ਨੂੰ ਤੇ ਇਸ ਸਾਇੰਸ ਨੂੰ ਫੋਲੋ ਕਰਦੇ ਆ। ਪਲੈਨਟਸ ਨੂੰ ਕੀ ਟਾਈਮ ਚੱਲ ਰਿਹਾ, ਮਹੂਰਤ ਕੱਢ ਕੇ ਚੱਲਦੇ ਆ। ਸਮਹਾਉ ਸਮਵੇਅਰ ਕਈ ਵਾਰੀ ਇੱਦਾਂ ਹੁੰਦਾ ਕਿ ਜਿਹੜੀ ਐਕਸਪਰਟੀਜ਼, ਜਿਹੜੀ ਨੋ ਹਾਊ ਸਾਡੇ ਕੋਲ ਹੈਗੀ ਆ,
ਉਸ ਨੂੰ ਅਸੀਂ ਇੰਨਾ ਕੁ ਭ੍ਰਮਿਤ ਕਰ ਦਈਏ ਕਿ ਉਹਦੇ ਵੱਲ ਲੋਕਾਂ ਦਾ ਧਿਆਨ ਹੀ ਨਾ ਜਾਏ, ਕਿਉਂਕਿ ਅਗਰ ਮੈਂ ਇਸ ਤੋਂ ਚਾਨਣ ਲੈ ਰਿਹਾ, ਇਸ ਤੋਂ ਮੈਨੂੰ ਫਾਇਦਾ ਹੋ ਰਿਹਾ ਤੇ ਕਿਸੇ ਹੋਰ ਨੂੰ ਹੋਏ there you go. ਨਾ। ਸੋ ਇਹ ਚੀਜ਼, ਔਰ ਮੈਂ ਤੁਹਾਨੂੰ ਦੱਸਦਾ ਕਿ ਆਲਮੋਸਟ ਐਵਰੀਬਾਡੀ ਰਾਈਟ ਫਰਮ ਐਵਰੀ ਸਫੀਅਰ ਆਫ ਲਾਈਫ, ਕਿਸੇ ਵੀ ਫੀਲਡ 'ਚ ਹੈਗੇ, ਸਾਇੰਸਦਾਨ ਹੈਗੇ, ਡਾਕਟਰਸ ਹੈਗੇ, ਲਾਇਰਸ ਹੈਗੇ, ਦੇ ਆਲ ਫੋਲੋ ਐਸਟ੍ਰੋਲੋਜੀ। ਆਫ ਕੋਰਸ ਦੇ ਵਿਲ ਸੇ ਸੰਜੀਵ ਤੁਸੀਂ ਮੇਰਾ ਨਾਂ ਨਹੀਂ ਲੈਣਾ ਕਿਤੇ, ਤੇ ਇਸ ਕਰਕੇ ਫੋਲੋ ਸਾਰੇ ਕਰਦੇ। ਬਾਕੀ ਇਹਨੂੰ ਕਮਰਸ਼ੀਅਲਾਈਜ਼ ਕੀਤਾ ਗਿਆ, ਕੁਝ ਇਹਦੇ ਨਾਲ ਸਟਿਗਮਾਸ ਅਟੈਚ ਕੀਤੇ ਗਏ ਲੋਕਾਂ ਦੇ ਉੱਤੇ, ਲੋਕਾਂ ਨੂੰ ਡਰ ਪੈਦਾ ਕਰ ਦਿੱਤਾ ਗਿਆ ਇਸ ਦੇ ਬਾਰੇ। ਇਸ ਦਾ ਇੱਕ ਡਾਰਕ ਸਾਈਡ ਨੂੰ ਲਿਆ ਕੇ ਅੱਗੇ ਰੱਖਿਆ ਗਿਆ ਕਿ ਲੋਕਾਂ ਦੇ ਵਿੱਚ ਡਰ ਪੈਦਾ ਹੋ ਜਾਏ ਤੇ ਤੁਹਾਨੂੰ ਪੈਸੇ ਦੇਣ। ਇਹ ਬਿਲਕੁਲ ਗਲਤ ਹੈ। ਮੇਰਾ ਕੰਮ ਸਿਰਫ ਇੰਨਾ, ਮੈਂ ਆਪਣੀ ਨੌਲੇਜ ਦੇ ਬੇਸ ਦੇ ਵਿੱਚ ਅੱਜ ਤੱਕ ਜਿਹੜਾ 19 ਸਾਲ ਦਾ ਮੇਰਾ ਐਕਸਪੀਰੀਅੰਸ, ਮੇਰਾ ਇੰਨਾ ਹੈ ਕਿ ਇਹਦੇ ਬਾਰੇ ਚਾਨਣਾ ਪਾਣਾ ਤੇ ਲੋਕਾਂ ਨੂੰ ਜਾਗਰੂਕ ਕਰਨਾ ਕਿ ਇਹ ਜਿਹੜਾ ਟੂਲ ਐਸਟ੍ਰੋਲੋਜੀ ਦਾ ਇੰਨਾ ਸਟਰੋਂਗ ਹੈਗਾ, ਇਹ ਸਾਡੇ ਕੋਲ ਅਵੇਲੇਬਲ ਹੈਗਾ। ਇਸ ਨੂੰ ਆਪਣੇ ਆਪ ਨੂੰ ਨਿਖਾਰਨ ਦੇ ਲਈ, ਆਪਣੇ ਹਾਲਾਤਾਂ ਨੂੰ ਨਿਖਾਰਨ ਦੇ ਲਈ, ਆਪਣੇ ਰਿਲੇਸ਼ਨਸ਼ਿਪ ਨੂੰ, ਆਪਣੀ ਮੈਰਿਜ ਨੂੰ, ਆਪਣੇ ਬਿਜ਼ਨਸ ਨੂੰ ਨਿਖਾਰਨ ਦੇ ਲਈ ਇਹਨੂੰ ਯੂਜ਼ ਕਰੋ। ਵਾਓ। ਤੇ ਇਹ ਮੈਂ ਇਹ ਪੁੱਛਣਾ ਸੀ, ਹੁਣ ਜਿਸ ਆਪਾਂ ਨਾਰਮਲੀ ਅਸੀਂ ਸੋਚਦੇ ਹਾਂ ਕਿ ਐਸਟ੍ਰੋਲੋਜਰ ਦਾ, ਆਪਾਂ ਸੋਚਦੇ ਹਾਂ ਕਿ ਵੀ ਸਾਡੇ ਦਿਮਾਗ 'ਚ, ਜ਼ਹਿਨ ਦੇ ਵਿੱਚ ਇੱਕ ਇਮੇਜ ਬਣਦਾ ਇੱਕ ਪੰਡਤ ਜੀ ਦਾ, ਐਂਡ ਯੂ ਆਰ ਵੈਰੀ ਵੈਲ ਸੂਟਡ, ਬੂਟਡ, ਲੁਕਿੰਗ ਵੈਰੀ ਸ਼ਾਰਪ। ਤੇ ਜਦੋਂ ਹੁਣ ਲੋਕ ਨੇ, ਜੇ ਅਸੀਂ ਕਿਸ ਨੇ ਰੀਡਿੰਗ ਕਰਾਉਣੀ ਹੋਏ, ਠੀਕ ਹੈ, ਉਹ ਤੁਹਾਡੇ ਕੋਲ ਆਉਣ ਜਾਂ ਕਿਸੇ ਹੋਰ ਕੋਲ ਜਾਣ, ਹਾਊ ਵੁੱਡ ਯੂ ਥਿੰਕ ਕਿ ਆਪਣੇ ਨੂੰ ਅਸੀਂ ਸਕੈਮ ਹੋਣ ਤੋਂ ਬਚਾ ਸਕਨੇ ਆ, ਜਾਂ ਹਾਊ ਵੁੱਡ ਯੂ ਥਿੰਕ ਕਿ ਤੁਸੀਂ ਸਟੈਂਡ ਆਊਟ ਕਰਦੇ ਹੋ ਦੈਟ ਪੀਪਲ ਸ਼ੁੱਡ ਫੀਲ ਕੰਫਰਟੇਬਲ ਕਮਿੰਗ ਟੂ ਯੂ? ਦੇਖੋ ਜੀ, ਐਸਟ੍ਰੋਲੋਜਰ ਹੋਣ ਦੇ ਲਈ ਧੋਤੀ ਪਾਣਾ ਜਾਂ ਕੀ ਕਹਿੰਦੇ ਚੋਟੀ ਰੱਖਣਾ ਕੋਈ ਜ਼ਰੂਰੀ ਨਹੀਂ ਆ। ਜਿੱਥੋਂ ਤੱਕ ਆਪਾਂ ਆਪਣੀ ਪ੍ਰੋਸਪੈਕਟਿਵ ਦੀ ਗੱਲ ਕਰੀਏ ਕਿ ਕਿੱਦਾਂ ਆਪਾਂ ਕੁਆਲੀਫਾਈ ਕਰਨਾ ਇੱਕ ਸਟੈਂਡ ਆਊਟ ਐਸਟ੍ਰੋਲੋਜਰ ਨੂੰ ਦੂਜੇ ਨਾਲ, ਤੁਸੀਂ ਦੇਖੋ ਉਹ ਬੰਦਾ ਕਹਿ ਕੀ ਰਿਹਾ ਹੈ, ਕੀ ਉਹ ਤੁਹਾਨੂੰ ਅਪਰੋਚ ਉਹਦੀ ਕੀ ਹੈ, ਤੁਹਾਨੂੰ ਡਰਾ ਕੇ ਤੁਹਾਨੂੰ ਆਪਣੇ ਨਾਲ ਉਹ ਆਪਣੇ ਮਗਰ ਲਗਾਉਣ ਦੀ ਕੋਸ਼ਿਸ਼ ਕਰ ਰਿਹਾ, ਕਿ ਜਾਂ ਤੁਹਾਨੂੰ ਐਨਲਾਈਟਨਡ ਕਰ ਰਿਹਾ, ਜਾਂ ਤੁਹਾਨੂੰ ਚਾਨਣਾ ਪਾ ਰਿਹਾ ਚੀਜ਼ਾਂ ਬਾਰੇ ਕਿ ਇੱਦਾਂ ਕਰ ਲਓ ਕਿ ਤੁਸੀਂ ਅੱਗੇ ਵਧੋ ਜ਼ਿੰਦਗੀ ਦੇ ਵਿੱਚ। ਸੋ ਮੇਰੇ ਬਾਰੇ ਤੁਸੀਂ ਪੁੱਛਿਆ, ਮੇਰੀ ਆਪਣੀ ਅਪਰੋਚ ਹੈ, ਬਿਕਾਜ਼ ਮੇਰਾ ਆਪਣਾ ਬਿਜ਼ਨਸ ਹੈਗਾ, ਐਵਰੀਥਿੰਗ ਐਲਸ ਇਜ਼ ਇਨ ਪਲੇਸ ਵੈਰੀ ਵੈਲ। ਮੇਰਾ ਇਹੀ ਹੈ ਕਿ ਮੈਂ ਐਸਟ੍ਰੋਲੋਜੀ ਨੂੰ ਰਿਸਪੈਕਟ ਦਿਲਾਣੀ ਹੈ ਤੇ ਲੋਕਾਂ ਦੀ ਹੈਲਪ ਕਰਨੀ ਹੈ। ਦਿਸ ਇਜ਼ ਮਾਈ ਪੈਸ਼ਨ। ਜਦੋਂ ਮੈਂ ਐਸਟ੍ਰੋਲੋਜੀ ਕਰਦਾ, ਦੇਖੋ ਮੇਰੀ ਐਸਟ੍ਰੋਲੋਜੀ ਦੇ ਵੀ ਕਈ ਬ੍ਰਾਂਚਸ ਹੈਗੇ ਆ। ਅੱਛਾ। ਜਿੱਦਾਂ ਭ੍ਰਿਗੂ ਸ਼ਾਸਤਰ ਹੈਗਾ ਨਾ, ਨਾੜੀ ਐਸਟ੍ਰੋਲੋਜੀ ਹੈਗੀ ਹੈ, ਪ੍ਰਾਸ਼ਰਾ ਐਸਟ੍ਰੋਲੋਜੀ ਹੈਗੀ ਹੈ, ਸਾਊਥ ਦੇ ਵਿੱਚ ਕਈ ਤਰ੍ਹਾਂ ਦੀ ਜੈਮਨੀ ਸ਼ਾਸਤਰ ਹੈਗਾ। ਮੇਰੀ ਜਿਹੜੀ ਐਸਟ੍ਰੋਲੋਜੀ ਪ੍ਰਾਸ਼ਰ ਸਰੋਤਰ ਦੇ ਉੱਤੇ ਹੈ, ਪ੍ਰਾਸ਼ਰ ਹੋਰਾ ਪ੍ਰਾਸ਼ਰ ਸਰੋਤਰ ਦੇ ਉੱਤੇ ਹੈ, ਠੀਕ ਹੈ। ਤੇ ਜਿਹੜੀ ਇਹ ਆਪਣੇ ਆਪ 'ਚ ਬੜੀ ਹੀ ਕੰਪਰੀਹੈਂਸਿਵ ਸਟੱਡੀ ਆਫ ਐਸਟ੍ਰੋਲੋਜੀ ਹੈਗੀ ਹੈ। ਇਸੇ ਨੂੰ ਮੈਂ ਸਟੱਡੀ ਕੀਤਾ, ਦਿਸ ਇਜ਼ ਮੋਰ ਔਨ ਪ੍ਰੈਕਟੀਕਲ ਐਸਟ੍ਰੋਲੋਜੀ ਐਂਡ ਪ੍ਰੀਡਿਕਟਿਵ ਐਸਟ੍ਰੋਲੋਜੀ। ਤੇ ਜਦੋਂ ਤੁਸੀਂ ਦੇਖਦੇ ਹੋ ਰਾਈਟ ਫਰਮ ਹੋਰੋਸਕੋਪ, ਟਾਈਮਿੰਗ, ਗ੍ਰਹਿ, ਨਕਸ਼ਤਰ, ਕਦੋਂ ਕੀ ਹੋਣਾ, ਸਾਰਾ ਕੁਝ ਜੇ ਤੁਸੀਂ ਫਸੇ ਹੋ ਕਿਸੇ ਹਾਲਾਤ 'ਚ, ਤੁਸੀਂ ਉਹਦਾ ਨਿਕਲਣਾ ਕਿੱਦਾਂ, ਉਹ ਰੈਮੇਡੀਜ਼ ਹੈਗੀਆਂ। ਤੇ ਇਸ ਕਰਕੇ ਇਹ ਦੇਖਣਾ ਚਾਹੀਦਾ ਹੈ ਕਿ ਐਸਟ੍ਰੋਲੋਜਰ ਜਿਹੜੀ ਗੱਲ ਕਰ ਰਿਹਾ, ਕਿਉਂਕਿ ਅੱਜ ਕੱਲ੍ਹ ਦੇਖੋ ਗੂਗਲ ਹੈਗਾ, ਸਾਰਾ ਕੁਝ ਹੈਗਾ, ਤੁਸੀਂ ਗੂਗਲ ਕਰੋ ਕੀ ਕਹਿ ਰਿਹਾ, ਠੀਕ ਹੈ, ਦੇਖੋ ਉਹਦੀ ਨੌਲੇਜ ਕਿੱਥੇ। ਔਰ ਬਾਕੀ ਨੌਲੇਜ ਇੱਕ ਹੋਰ ਚੀਜ਼ ਹੈ, ਇੱਕ ਜਿਹੜੀ ਕਹਿੰਦੇ ਬਲੈਸਿੰਗਸ, ਉਹ ਹੋਰ ਚੀਜ਼ ਹੈ। ਕੁਝ ਲੋਕੀ, ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ ਕਿ ਮੈਨੂੰ ਕੁਝ ਗਿਫਟ ਹੈਗੀ, ਆਸਮ, ਮੈਨੂੰ ਕੁਝ ਗਿਫਟ ਹੈਗੀ। ਗਿਫਟ ਇੱਦਾਂ ਹੈ ਕਿ ਕਈ ਵਾਰੀ ਇੱਦਾਂ ਹੁੰਦਾ ਕਿ ਕਿਸੇ ਕਲਾਇੰਟ ਨੂੰ ਮੈਂ ਜਾਣਦਾ ਵੀ ਨਹੀਂ ਹੁੰਦਾ, ਮੈਨੂੰ ਇੱਕ ਫੋਨ ਕਰਦਾ, ਮੇਰੇ ਅੰਦਰੋਂ ਦਿਲ 'ਚੋਂ ਪੁਕਾਰ ਆਉਂਦੀ, ਇਹਨੂੰ ਅੱਜ ਮਿਲਣਾ ਹੈ, ਕਿਉਂਕਿ ਉਹ ਸ਼ਾਇਦ ਕੁਝ ਆਕਾਸ਼ ਤੋਂ ਹੀ ਇੱਦਾਂ ਹੋ ਰਿਹਾ ਹੁੰਦਾ, ਬਾਣੀ ਇੱਦਾਂ ਕਿ ਇਹਦੀ ਹੈਲਪ ਕਰਨੀ ਹੈ। ਔਰ ਜਿੱਦਾਂ ਹੀ ਮੈਂ ਉਹਨੂੰ ਮਿਲਦਾ, ਮੇਰੇ ਕਈ ਇਹੋ ਜਿਹੇ ਕਲਾਇੰਟ ਹੈਗੇ, ਮਿਲਣ ਤੋਂ ਬਾਅਦ 1 2 3 ਮੀਟਿੰਗਸ ਤੋਂ ਬਾਅਦ ਉਹਨਾਂ ਦੀ ਲਾਈਫ ਇੱਦਾਂ ਚੇਂਜ ਹੋਈ ਹੈ, ਪੂਰੀ ਤਰ੍ਹਾਂ ਨਿਰਾਸ਼ ਸੀਗੇ ਜ਼ਿੰਦਗੀ ਤੋਂ। ਉਹ ਸਭ ਤੋਂ ਵੱਡੀ ਬਲੈਸ ਹੈਗੀ ਹੈ। ਮਤਲਬ ਕਿ ਤੁਸੀਂ ਬੰਦਾ ਐਸਟ੍ਰੋਲੋਜਰ ਕੋਲ ਨਹੀਂ ਜਾਂਦਾ, ਐਸਟ੍ਰੋਲੋਜਰ ਬੰਦੇ ਕੋਲ ਨਹੀਂ ਆਉਂਦਾ। ਇਹ ਰੱਬ ਵੱਲੋਂ ਹੀ ਜਦੋਂ ਕਿਸੇ ਦਾ ਰਸਤਾ ਸਿੱਧਾ ਕਰਨਾ ਹੁੰਦਾ, ਉਹ ਰਾਈਟ ਜਗ੍ਹਾ ਤੇ ਰਾਈਟ ਟਾਈਮ ਤੇ ਪਹੁੰਚ ਜਾਂਦਾ। ਆਈ ਐਗਰੀ ਵਿਦ ਯੂ। ਪਰ ਮੈਨੂੰ ਜਿੱਥੇ ਥੋੜੀ ਬਹੁਤ ਕਨਫਿਊਜ਼ਨ ਹੈ ਉਹ ਇਹ ਹੈਗੀ ਹੈ, ਹੁਣ ਜਿਸ ਤਰ੍ਹਾਂ ਤੁਸੀਂ, ਅਗਰ ਮੈਂ ਹੀ ਆਪਣਾ ਬਣਵਾਉਣਾ ਹੋਏ ਹੋਰੋਸਕੋਪ ਜਾਂ ਜਨਮ ਪੱਤਰੀ ਬਣਵਾਉਣੀ ਹੋਏ, ਤੇ ਇੱਕ ਐਗਜ਼ੈਕਟ ਟਾਈਮ ਹੋਣਾ ਚਾਹੀਦਾ ਮੇਰੇ ਕੋਲ, ਇੱਕ ਜਗ੍ਹਾ ਹੋਣੀ ਚਾਹੀਦੀ ਹੈ। ਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਨੇ, ਉਹ ਪੁਰਾਣੇ ਟਾਈਮ 'ਚ ਵੀ, ਤੇ ਹੁਣ ਤਾਂ ਸ਼ਾਇਦ ਫਿਰ ਵੀ ਥੋੜ੍ਹਾ ਬਹੁਤ ਬੈਟਰ ਹੈਗਾ ਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ। ਦੇ ਡੋਂਟ ਨੋ ਕਿ ਕਿੱਥੇ, ਮੇ ਬੀ ਜਗ੍ਹਾ ਪਤਾ ਹੋਏ ਪਰ ਐਗਜ਼ੈਕਟ ਟਾਈਮ ਨਹੀਂ ਹੁੰਦਾ। ਤੇ ਫਿਰ ਕਿਸ ਤਰ੍ਹਾਂ ਬੰਦਾ ਹੈ, ਕਿਸ ਤਰ੍ਹਾਂ ਹੋ ਜਾਂਦਾ ਹੈ। ਤੇ ਆਈ ਡੋਂਟ ਅੰਡਰਸਟੈਂਡ ਕਿ ਉਸ ਟਾਈਮ ਦੇ ਵਿੱਚ ਹੋਰ ਵੀ ਲੋਕੀ ਪੈਦਾ ਹੋਏ ਹੋਣਗੇ, ਜਾਂ ਟਵਿਨਸ ਪੈਦਾ ਹੋਏ ਨੇ ਸੇਮ ਟਾਈਮ ਤੇ, ਇੱਕ ਜਾਂ 2 ਮਿੰਟ ਦੇ ਫਰਕ ਦੇ ਵਿੱਚ,
ਤੇ ਉਹਨਾਂ ਦੀ ਜ਼ਿੰਦਗੀ ਫਿਰ ਇੰਨੀ ਸੈਪਰੇਟ ਕਿਸ ਤਰ੍ਹਾਂ ਹੋ ਜਾਂਦੀ ਹੈ। ਤੇ ਇਹ ਇੰਨੀ ਕਨਫਿਊਜ਼ਨਸ ਹੈਗੇ, ਮੇਰੇ ਕੋਲ ਇੰਨੇ ਸਵਾਲ ਹੈਗੇ ਨੇ ਪੁੱਛਣ ਵਾਸਤੇ, ਪਰ ਤੁਸੀਂ ਥੋੜਾ ਜਿਹਾ ਦੱਸੋ ਇਹਦੇ ਬਾਰੇ। ਹੁਣ ਤੁਸੀਂ ਮੈਨੂੰ ਦੋ ਸਵਾਲ ਕਰ ਰਹੇ ਹੋ। ਦੋ ਸਵਾਲ ਕੀਤੇ। ਹਾਂ, ਤੁਸੀਂ ਦੋ ਸਵਾਲ ਕਰ ਰਹੇ ਹੋ ਕਿ ਇੱਕ ਤੇ ਜਿਨ੍ਹਾਂ ਕੋਲ ਆਪਣੀ ਐਗਜ਼ੈਕਟ ਟਾਈਮ ਹਾਂ। ਆਫ ਬਰਥ ਨਹੀਂ ਹੈਗੀ, ਤੇ ਉਸ ਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਐਸਟ੍ਰੋਲੋਜੀ ਦੇ ਵਿੱਚ ਟੂਲਸ ਹੁੰਦੇ ਜਿਹਨੂੰ ਆਪਾਂ ਕਹਿੰਦੇ ਟਾਈਮ ਕਰੈਕਸ਼ਨਸ। ਓਕੇ। ਇੱਕ ਟਾਈਮ ਕਰੈਕਸ਼ਨ ਹੁੰਦਾ, ਇੱਕ ਪ੍ਰਸ਼ਨ ਐਸਟ੍ਰੋਲੋਜੀ ਹੁੰਦੀ ਹੈ। ਪ੍ਰਸ਼ਨ ਐਸਟ੍ਰੋਲੋਜੀ ਟਾਈਮ ਕਰੈਕਸ਼ਨ ਦੇ ਵਿੱਚ ਇਦਾਂ ਹੁੰਦਾ ਕਿ ਬੰਦੇ ਨੂੰ ਜਿੱਦਾਂ 1-2 ਘੰਟੇ ਦਾ ਫਰਕ ਹੋਵੇ ਇੱਧਰ ਉੱਧਰ, ਜਾਂ ਮੈਂ ਸ਼ਾਮ ਦਾ ਟਾਈਮ ਹੈ ਬਟ ਆਈ ਐਮ ਨਾਟ ਸ਼ੋਰ, ਉਹਦੇ ਵਿੱਚ ਇਦਾਂ ਹੁੰਦਾ ਕਿ ਇੱਕ ਟਾਈਮ ਰੱਖ ਕੇ ਸ਼ਾਮ ਦਾ ਮੈਂ ਉਹਦਾ ਹੋਰੋਸਕੋਪ ਬਣਾ ਲਵਾਂਗਾ, ਫਿਰ ਉਹਨੂੰ ਪੁੱਛਾਂਗਾ ਉਹਦੇ ਪਾਸ ਦੇ ਬਾਰੇ, ਇਸ ਸਾਲ ਦੇ ਵਿੱਚ ਇਦਾਂ ਹੋਇਆ ਸੀਗਾ, 2015 ਦੇ ਵਿੱਚ ਇਦਾਂ ਹੋਏਗਾ। ਉਹ ਕਹੇਗਾ ਨਹੀਂ 2015 ਨਹੀਂ, ਇਹ 2016 ਦੇ ਮਿਡ 'ਚ ਹੋਇਆ ਸੀ। ਫਿਰ ਉਹਦੇ ਹਿਸਾਬ ਨਾਲ ਮੇਰਾ ਟਾਈਮ ਮੈਂ ਜਿੱਦਾਂ 8 ਤੋਂ ਲੈ ਕੇ 9 ਦੇ ਵਿੱਚ ਹੋ ਜਾਂਦਾ। ਫਿਰ ਉਹਨੂੰ ਨੈਰੋ ਡਾਊਨ ਕਰਕੇ ਉਸੇ ਫਿਰ ਜਦੋਂ ਉਹ ਜਿਹੜੀ ਪ੍ਰਿਡਿਕਸ਼ਨਸ ਹੈਗੀਆਂ ਕਿ ਤੇਰੇ ਨਾਲ ਤੁਹਾਡੇ ਨਾਲ ਇੱਦਾਂ ਹੋਇਆ, ਜਦੋਂ ਐਨਲਾਈਨ ਕਰਨ ਲੱਗ ਪੈਂਦੀਆਂ, ਫਿਰ ਉਹ ਟਾਈਮ ਜਿਹੜਾ ਹੈ ਨਾ ਨੈਰੋ ਡਾਊਨ ਹੋ ਜਾਂਦਾ। ਇਹ ਤੇ ਹੈਗੀ ਜਿਹੜੇ ਕਿ ਜਨਰਲ 2-3 ਘੰਟਿਆਂ ਦਾ, ਸਵੇਰ ਸ਼ਾਮ ਦਾ, ਦੁਪਹਿਰ। ਟਾਈਮ ਕੰਜ਼ਿਊਮਿੰਗ ਬਹੁਤ ਜ਼ਿਆਦਾ। ਹਾਂ, ਇਹ ਟਾਈਮ ਕੰਜ਼ਿਊਮਿੰਗ ਹੈ, ਟਾਈਮ ਕਰੈਕਸ਼ਨ 'ਚ ਟਾਈਮ। ਦੂਜੀ ਚੀਜ਼ ਹੈ ਪ੍ਰਸ਼ਨ ਐਸਟ੍ਰੋਲੋਜੀ। ਕੁਛ ਨਹੀਂ ਪਤਾ ਮੈਨੂੰ, ਮੇਰਾ ਨਾਂ ਟੇਵਾ ਆ, ਮੈਨੂੰ ਇੰਨਾ ਪਤਾ ਹੈ ਕਿ ਮੈਂ ਫਲਾਣੇ ਪਿੰਡ 'ਚ ਪੈਦਾ ਹੋਇਆ ਸੀਗਾ, ਉਸ ਤੋਂ ਜ਼ਿਆਦਾ ਮੈਨੂੰ ਕੁਛ ਨਹੀਂ ਪਤਾ ਹੀ ਨਹੀਂ। ਠੀਕ ਹੈ। ਉਹਦੇ ਵਿੱਚ ਇਹ ਹੁੰਦਾ ਕਿ ਹੁਣ ਤੁਸੀਂ ਦੱਸੋ ਕਿ ਤੁਹਾਡੇ ਦਿਮਾਗ 'ਚ ਕੁਐਸਚਨ ਕੀ ਹੈ, ਤੁਸੀਂ ਕਿਹੜੀ ਪ੍ਰੋਬਲਮ ਤੋਂ ਜੂਝ ਰਹੇ ਹੋ, ਕਿਉਂਕਿ ਸਾਨੂੰ ਫਿਰ ਪੁੱਛਣਾ ਤੇ ਪਏਗਾ ਨਾ ਕਿਹੜੀ ਪ੍ਰੋਬਲਮ ਹੈ, ਕਿਉਂਕਿ ਮੈਂ ਪ੍ਰਿਡਿਕਟ ਨਹੀਂ ਕਰ ਸਕਦਾ ਤੁਹਾਡੀ। ਹੁਣ ਅਸੀਂ ਹੁਕਮਨਾਮੇ ਵੀ ਤੇ ਲੈਂਦੇ ਆ। ਹਾਂ, ਤੇ ਉਸ ਵੇਲੇ ਮੈਨੂੰ ਬੰਦਾ ਕਹੇਗਾ ਠੀਕ ਹੈ ਜੀ, ਮੇਰੀ ਹੈਲਥ ਦੀ ਬੜੀ ਵੱਡੀ ਪ੍ਰੋਬਲਮ ਹੈਗੀ। ਅੱਛਾ, ਫਿਰ ਉਹ ਮੈਂ ਕਹਾਂਗਾ ਕਿ ਠੀਕ ਹੈ, ਤੂੰ ਇਸ ਟਾਈਮ ਦੇ ਵਿੱਚ ਮੈਨੂੰ ਆਪਣੀ ਹੈਲਥ ਦੇ ਬਾਰੇ ਇੱਕ ਕੁਐਸਚਨ ਪੁੱਛ। ਉਹਨੇ ਹੈਲਥ ਦੇ ਬਾਰੇ ਕੁਐਸਚਨ ਪੁੱਛਿਆ, ਮੈਂ ਉਹਦਾ ਹੋਰੋਸਕੋਪ ਬਣਾ ਲੈਣਾ। ਉਸ ਟਾਈਮ ਦੇ ਹੋਰੋਸਕੋਪ ਦੇ ਵਿੱਚ ਜਿਹੜੇ ਉਹਦੀ ਪਲੈਨੇਟਰੀ ਕੰਬੀਨੇਸ਼ਨ 6th 8th ਹਾਊਸ ਤੇ ਕੁਝ ਸਬ ਡਿਵੀਜ਼ਨਲ ਚਾਰਟ ਹੁੰਦੇ ਆ ਜਿਹਨੂੰ ਆਪਾਂ ਕਹਿੰਦੇ, ਉਹ ਦੇਖ ਕੇ ਉਸ ਵੇਲੇ ਇਦਾਂ ਹੁੰਦਾ ਕਿ ਐਸਟ੍ਰੋਲੋਜੀ ਦੀ ਜ਼ੁਬਾਨ ਇਹ ਸ਼ਾਸਤਰਾਂ 'ਚ ਲਿਖਿਆ ਗਿਆ, ਇਹ ਪ੍ਰਾਸ਼ਰ ਨੇ ਕਿਹਾ, ਇਹ ਭ੍ਰਿਗੂ ਨੇ ਕਿਹਾ, ਇਹ ਜੈਮਨਾਈ ਨੇ ਕਿਹਾ ਕਿ ਉਸ ਵੇਲੇ ਜਦੋਂ ਪ੍ਰਸ਼ਨ ਐਸਟ੍ਰੋਲੋਜੀ ਦੇ ਇੱਕ ਰੱਬ ਦੇ ਉੱਤੇ ਫੇਥ ਰੱਖ ਕੇ ਬੰਦਾ ਐਸਟ੍ਰੋਲੋਜਰ ਨੂੰ ਪੁੱਛੇਗਾ, ਐਸਟ੍ਰੋਲੋਜਰ ਦੀ ਜ਼ੁਬਾਨ ਦੇ ਵਿੱਚ ਸਰਸਵਤੀ ਬੋਲੇਗੀ। ਅੱਛਾ ਜੀ, ਠੀਕ ਹੈ। ਉਹਦਾ ਹੋਰੋਸਕੋਪ ਜਦੋਂ ਬਣਿਆ ਉਸੇ ਵੇਲੇ ਮੈਂ ਜਵਾਬ ਦੇ ਦੇਣਾ ਕਿ ਬਈ ਇਹਦੇ ਵਿੱਚ ਇਦਾਂ ਹੋਇਆ, ਔਰ ਉਸ ਟਾਈਮ ਦੇ ਵਿੱਚ ਰੱਬ ਦੀ ਮੌਜੂਦਗੀ ਦੇ ਵਿੱਚ, ਉਹਦੀ ਪ੍ਰੈਜ਼ੈਂਸ ਦੇ ਵਿੱਚ ਜੋ ਉਹਨੂੰ ਰੈਮੇਡੀ ਦਿੱਤੀ ਜਾਂਦੀ ਹੈ, ਉਹਦੇ ਨਾਲ ਉਦਾਰ ਹੋ ਜਾਂਦਾ, ਉਹਦੇ ਨਾਲ ਕਲਿਆਣ ਹੋ ਜਾਂਦਾ, ਨਾਲੇ ਸਮਝ ਆ ਜਾਂਦੀ ਹੈ, ਜਾਂ ਅੰਡਰਸਟੈਂਡਿੰਗ ਵੀ ਹੋ ਜਾਂਦੀ, ਉਹਦੇ ਨਾਲ ਹੋਰੋਸਕੋਪ ਬਣ ਜਾਂਦਾ ਹੈ ਤੇ ਹੋਰ ਕੁਐਸਚਨਸ ਵੀ ਆਨਸਰ ਹੋ ਜਾਂਦੇ। ਹੁਣ ਤੁਹਾਡਾ ਦੂਜਾ ਕੁਐਸਚਨ ਸੀਗਾ ਟਵਿਨਸ ਵਾਲਾ, ਬੜਾ ਇੰਟਰਸਟਿੰਗ ਕੁਐਸਚਨ ਹੈ, ਮੈਨੂੰ ਬਹੁਤ ਵਾਰੀ ਇਹ ਕੁਐਸਚਨ ਪੁੱਛਿਆ ਗਿਆ। ਟਵਿਨਸ ਦਾ ਦੇਖੋ, 1 ਮਿੰਟ ਦਾ ਵੀ, 2 ਮਿੰਟ ਦਾ ਵੀ, 3 ਮਿੰਟ ਦਾ ਵੀ ਅਗਰ ਗੈਪ ਹੈਗਾ ਨਾ, ਜਿਹੜੇ ਨਕਸ਼ਤਰਾਂ ਦੀ ਪੋਜੀਸ਼ਨ ਹੈਗੀ ਹੈ, ਨਕਸ਼ਤਰ ਦੇ ਵਿੱਚ ਜਿਹੜੇ ਪਲੈਨਟਸ ਹੈਗੇ, ਠੀਕ ਹੈ, ਪਲੈਨਟ ਸਪੋਜ਼ ਕਰੋ ਸ਼ਨੀ 18 ਡਿਗਰੀ ਦੇ ਵਿੱਚ ਕੈਪਰੀਕੌਨ ਦੇ ਵਿੱਚ ਬੈਠਾ, ਉਸ ਲਈ ਮੰਗਲ ਏਰੀਜ਼ ਦੇ ਵਿੱਚ ਬੈਠਾ 5 ਡਿਗਰੀ ਦਾ ਹੋ ਗਿਆ, 4 ਮਿੰਟ ਦੇ ਵਿੱਚ ਮੰਗਲ ਨੇ 10 ਡਿਗਰੀ ਦਾ ਹੋ ਜਾਣਾ। ਅੱਛਾ, ਤੇ ਸ਼ਨੀ ਨੇ 18 ਤੋਂ 20 ਦਾ ਹੋ ਜਾਣਾ। ਇਹ ਤੇ ਜਨਰਲ ਹੈ। ਜਿਹੜਾ ਉਹਦਾ ਪਹਿਲਾ ਹੋਰੋਸਕੋਪ ਬਣੇਗਾ ਨਾ ਟਵਿਨਸ ਦਾ, ਜਿਹਨੂੰ ਆਪਾਂ ਲਗਨੇਸ਼ ਕਹਿੰਦੇ ਹਾਂ, ਲਗਨ ਹੋਰੋਸਕੋਪ ਕਹਿੰਦੇ, ਉਹਦੀ ਜਨਮ ਕੁੰਡਲੀ ਦੋਨਾਂ ਦੀ ਐਗਜ਼ੈਕਟ ਸੇਮ ਹੋਏਗੀ। ਉਹਦੇ ਵਿੱਚ ਪ੍ਰੀਸੀਸ਼ਨ ਉਦੋਂ ਆਉਂਦੀ ਹੈ ਕਿ ਜਦੋਂ ਤੁਸੀਂ ਮੈਨੂੰ ਕਹੋਗੇ ਦੋਨੋਂ ਟਵਿਨਸ ਹੈਗੇ ਆ, ਇੱਕ ਬੱਚਾ ਤੇ ਜਨਵਰੀ 'ਚ ਬਿਮਾਰ ਹੋਇਆ, ਦੂਜਾ ਤੇ ਇਸ ਸਾਲ ਹੋਇਆ ਹੀ ਨਹੀਂ। ਉਹਦਾ ਇਦਾਂ ਹੁੰਦਾ ਹੈ ਕਿ ਉਹਨੂੰ ਆਪਾਂ ਜਦੋਂ ਫਿਰ ਉਸ ਤੋਂ ਸਬ ਡਿਵੀਜ਼ਨਲ ਚਾਰਟ ਦੇ ਵਿੱਚ ਜਾਂਦੇ ਆ ਨਾ, ਸਬ ਡਿਵੀਜ਼ਨਲ ਚਾਰਟ ਜਿੱਦਾਂ ਹੁਣ ਇੱਕ D9 ਚਾਰਟ ਹੈ, ਨਵਮਾਂਸ਼ ਜਿਹਨੂੰ ਕਹਿੰਦੇ, ਨਵਮਾਂਸ਼ ਦੇਖੋ 9th ਹਾਊਸ ਦਾ 9th ਪਾਰਟ ਤੱਕ ਅਸੀਂ ਇੰਟਰਸੈਕਟ ਕਰ ਦਿੱਤਾ ਉਹਨੂੰ, ਰਾਈਟ। ਉਹਦੇ ਵਿੱਚ ਜਾ ਕੇ ਨਾ ਜਦੋਂ 9ਵੇਂ ਘਰ ਦੇ 9ਵੇਂ ਹਿੱਸੇ ਦੇ ਵਿੱਚ ਜਾ ਕੇ ਤੁਸੀਂ ਦੇਖਦੇ ਹੋ ਨਾ ਪਲੈਨਟ ਦੀ ਪੋਜੀਸ਼ਨ, ਉਸ ਵੇਲੇ ਉਹ ਜਿਹੜੇ ਟਵਿਨਸ ਹੁੰਦੇ ਆ ਨਾ, ਉਹਨਾਂ ਦੀ ਅਲਾਈਨਮੈਂਟ ਡਿਫਰੈਂਟ ਹੁੰਦੀ ਹੈ। ਉੱਥੋਂ ਤੁਸੀਂ ਫੜਦੇ ਉਸ ਚੀਜ਼ ਨੂੰ ਕਿ ਬਈ ਇਹਦਾ ਟਾਈਮ ਜਿਹੜਾ ਇਸ ਵੇਲੇ ਇੱਦਾਂ ਆਉਣਾ ਆ। ਆਲਦੋ ਅਗਰ ਤੁਸੀਂ ਕਿਸੇ ਕੋਲ ਵੀ ਜਾਓ, ਜਿੱਦਾਂ ਤੁਸੀਂ ਮੰਦਰ ਦੇ ਪੁਜਾਰੀ ਦੀ ਗੱਲ ਕੀਤੀ ਹੈ, ਜਿਨ੍ਹਾਂ ਨੇ, ਕਿਉਂਕਿ ਸਾਇੰਸ ਇੱਕ ਮੈਥਮੈਟਿਕਸ ਹੈ, you need certain planetary combination to be an astrologer, right? ਹੁਣ ਮੈਂ ਮੇਰੀ ਲਾਈਫ ਦੇ ਵਿੱਚ ਮੈਂ ਅਕਾਊਂਟੈਂਟ ਰਿਹਾ, ਮੈਂ ਫਾਈਨੈਂਸ਼ੀਅਲ ਵਰਲਡ 'ਚ ਕੰਮ ਕੀਤਾ, ਨੰਬਰਸ, ਔਰ ਮੈਂ ਜਦੋਂ ਇਸ ਚੀਜ਼ ਨੂੰ
ਸਕੂਲ ਦੇ ਵਿੱਚ ਗਿਆ ਮੈਨੂੰ ਲੱਗਿਆ ਕਿ ਮੇਰੀ ਪੈਸ਼ਨ ਨਾਲ ਰਿਲੇਟ ਹੋ ਸਕਦਾ ਔਰ ਇਹਨੂੰ ਕੈਲਕੂਲੇਸ਼ਨ ਕਰਨ ਦੇ ਵਿੱਚ ਪ੍ਰੀਸੀਸ਼ਨ ਚਾਹੀਦੀ ਸੋ ਕਮਿੰਗ ਬੈਕ ਟੂ ਯੋਰ ਕੁਐਸਚਨ ਇੱਦਾਂ ਆਪਾਂ ਜਦੋਂ ਡੀਪਲੀ ਜਾਂਦੇ ਹਾਂ ਨਾ ਸਬ ਡਿਵੀਜ਼ਨਲ ਚਾਰਟ ਦੇ ਵਿੱਚ ਜਾਂਦੇ ਆ ਇੱਕ ਹਾਊਸ ਦੀ ਫਰੈਗਮੈਂਟ ਕਰ ਦਿੰਦੇ ਆ ਪਲੈਨਟਸ ਦੀ ਡਿਗਰੀ ਔਰ ਫਰਦਰ ਫਿਰ ਉੱਥੋਂ ਪਤਾ ਲੱਗਦਾ ਕਿ ਇਹ ਚੀਜ਼ਾਂ ਦੁਨੀਆ ਆਲਦੋ ਟਵਿਨਸ ਦੀ ਜਿਹੜੀ ਡੈਸਟਨੀ ਹੈਗੀ ਉਹ ਮੋਰ ਔਰ ਲੈਸ ਸਿਮਿਲਰ ਹੀ ਹੁੰਦੀ ਹੈ ਲੇਕਿਨ ਜਿੱਥੇ ਐਕਸੈਪਸ਼ਨਸ ਹੁੰਦੀਆਂ ਜਿੱਥੇ ਬਹੁਤ ਜ਼ਿਆਦਾ ਡਿਸਿਮਿਲਰ ਹੁੰਦਾ ਉੱਥੇ ਐਸਟ੍ਰੋਲੋਜਰ ਨੂੰ ਡੀਪ ਜਾ ਕੇ ਚੈੱਕ ਕਰਨਾ ਪੈਂਦਾ ਓਕੇ ਫਿਰ ਪਤਾ ਲੱਗ ਸਕਦਾ ਐਗਜ਼ੈਕਟਲੀ ਅਗਰ ਤੁਹਾਡੇ ਕੋਲ ਟਾਈਮ ਹੈਗਾ ਤੇ ਜਿਹੜੇ ਈਵਨ 2 ਮਿੰਟਸ ਅਪਾਰਟ ਜਿਹੜੇ ਕਿਡਸ ਹੈਗੇ ਆ ਜਿਹੜੇ ਬੱਚੇ ਹੈਗੇ ਆ ਉਹਨਾਂ ਦੀ ਵੀ ਡੈਸਟਨੀ ਦੇ ਵਿੱਚ ਕਿਹੜੇ ਵੇਲੇ ਕਿਹੜੀ ਕਿੱਦਾਂ ਸ਼ੇਪ ਅਪ ਹੋਣ ਵਾਲੀ ਹੈ ਤੁਸੀਂ ਦੱਸ ਸਕਦੇ ਹੋ ਇੱਕ ਹੋਰ ਮੇਰੇ ਜ਼ਿਹਨ 'ਚ ਕੁਐਸਚਨ ਆ ਰਿਹਾ ਕਿ ਜਦੋਂ ਅਸੀਂ ਮੈਂ ਆਪਣੇ ਕਲਚਰ ਦੇ ਬਾਰੇ ਆਪਣੀ ਕਮਿਊਨਿਟੀ ਦੇ ਬਾਰੇ ਪੁੱਛ ਰਹੀ ਹਾਂ ਆਮ ਨਾਟ ਟਾਕਿੰਗ ਅਬਾਊਟ ਜਿਹੜੇ ਗੋਰੇ ਇੱਥੇ ਰਹਿ ਰਹੇ ਨੇ ਉਹਨਾਂ ਦੇ ਬਾਰੇ ਨਹੀਂ ਮੈਂ ਪੁੱਛ ਰਹੀ ਜਦੋਂ ਵੈਸਟਰਨ ਸਾਈਡ 'ਤੇ ਅਸੀਂ ਆ ਜਾਈਦਾ ਹੈ ਨਾ ਇੱਥੇ ਡਿਵੋਰਸਸ ਜ਼ਿਆਦਾ ਹੋਣੇ ਸ਼ੁਰੂ ਹੋ ਜਾਂਦੇ ਆ ਇਹਦੇ 'ਚ ਵੀ ਕੋਈ ਰੀਜ਼ਨ ਹੈਗਾ ਕਿ ਉਹੀ ਕਪਲ ਜਦੋਂ ਇੰਡੀਆ ਵਿੱਚ ਰਹਿ ਰਿਹਾ ਸੀਗਾ ਆਈ ਨੋ ਬਾਕੀ ਪ੍ਰੈਸ਼ਰ ਨੇ ਲਾਈਫ ਦੇ ਇਹ ਪਰ ਦੇयर ਸਮਥਿੰਗ ਟੂ ਡੂ ਵਿਦ ਐਸਟ੍ਰੋਲੋਜੀ ਸਮਥਿੰਗ ਟੂ ਡੂ ਵਿਦ the planetary system ਕਿ ਇੱਥੇ ਆ ਕੇ ਕੁਝ ਫਰਕ ਪੈ ਜਾਂਦਾ ਕਿ ਨਹੀਂ ਲੜਾਈਆਂ ਰਿਲੇਸ਼ਨਸ਼ਿਪਸ ਦੇ ਵਿੱਚ ਇੰਨੇ ਮਤਭੇਦ ਇੰਨੀਆਂ ਪਰੇਸ਼ਾਨੀਆਂ ਡਿਵੋਰਸਸ ਤੱਕ ਪਹੁੰਚ ਜਾਂਦੇ ਇਹ ਕੀ ਪੰਗਾ ਨਹੀਂ ਇੱਦਾਂ ਮਤਲਬ ਹੁਣ ਜਿਨ੍ਹਾਂ ਦੇ ਡਿਵੋਰਸ ਹੋ ਰਹੇ ਆ ਉਹ ਇੰਡੀਆ ਚਲੇ ਜਾਣ ਤੇ ਨਹੀਂ ਹੋਣਗੇ ਇਹ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਲੱਗਦਾ ਉੱਥੇ ਜਾਂ ਫਿਰ ਉਹ ਕੰਟਰੋਲ ਕਰਕੇ ਬੈਠੇ ਹੁੰਦੇ ਦੇਖੀਏ ਇੱਦਾਂ ਹੈਗਾ ਕਿ ਇਹ ਕੁਐਸਚਨ ਬੇਸਿਕਲੀ ਐਸਟ੍ਰੋਲੋਜੀ ਸਟੈਂਡ ਪੁਆਇੰਟ ਨਾਲ ਮੈਂ ਗੱਲ ਕਰਾਂਗਾ ਤੇ ਇਹੀ ਕਹਾਂਗਾ ਕਿ ਜਿਹੜਾ ਕਿਸੇ ਦੀ ਲਾਈਫ ਦੇ ਵਿੱਚ ਜੇ ਮੈਰਿਜ ਦੀ ਡਿਸਟਰਬੈਂਸ ਹੈ ਚਾਹੇ ਉਹ ਇੰਡੀਆ 'ਚ ਬੈਠਾ ਹੈ ਚਾਹੇ ਉਹ ਕੈਨੇਡਾ 'ਚ ਚਾਹੇ ਅਮਰੀਕਾ ਚਾਹੇ ਅਫਰੀਕਾ ਉਹ ਆਣੇ ਹੀ ਆਣੇ ਟਾਈਮਿੰਗ ਉੱਦਾਂ ਹੁਣ ਬਾਕੀ ਹੈ ਕਿ ਸਮਾਜ ਇੰਡੀਆ ਦਾ ਤੇ ਇੱਥੋਂ ਦਾ ਅਲੱਗ ਹੈਗਾ ਲਾਈਫ ਸਟਾਈਲ ਅਲੱਗ ਹੈਗਾ ਕਈ ਚੀਜ਼ਾਂ ਦਾ ਪ੍ਰੈਸ਼ਰ ਹੁੰਦਾ ਡਿਫਰੈਂਟ ਲੈਵਲ ਤੇ ਲੇਕਿਨ ਜਿਹੜੀ ਹਾਰਮਨੀ ਹੈ ਅਗਰ ਉਹ ਜਿਹੜੀ ਡਿਸਹਾਰਮਨੀ ਹੈਗੀ ਹੈ ਮੈਰਿਜ ਦੇ ਵਿੱਚ ਅਗਰ ਉਹ ਇੰਡੀਆ 'ਚ ਹੈ ਤੇ ਉਹ ਇੱਥੇ ਵੀ ਹੋਏਗੀ ਫਿਰ ਇਸ ਤਰ੍ਹਾਂ ਵੀ ਹੋ ਸਕਦਾ ਕਿ ਜਿਸ ਤਰ੍ਹਾਂ ਜਗ੍ਹਾ ਚੇਂਜ ਹੋਈ ਹੁਣ ਜੋ ਮੈਂ ਹੈਗੀ ਆ ਜਾਂ ਕੋਈ ਹੋਰ ਬੰਦਾ ਜਾਂ ਕੋਈ ਕਪਲ ਹੈ ਉਹ ਇੰਡੀਆ ਦੇ ਵਿੱਚ ਸੀਗੇ ਤੇ ਉਹ ਉੱਥੋਂ ਦੇ ਪਲੈਨਟਸ ਦੇ ਉੱਪਰ ਉਹਨਾਂ ਦਾ ਅਸਰ ਡਿਫਰੈਂਟ ਸੀਗਾ ਇੱਥੇ ਜਦੋਂ ਆਪਣੇ ਨਾਰਥ ਪੋਲ ਵਾਲੇ ਪਾਸੇ ਆ ਗਏ ਦਿਸ ਇਜ਼ ਅ ਵੈਰੀ ਗੁੱਡ ਕੁਐਸਚਨ ਐਕਚੁਅਲੀ ਵੈਰੀ ਇੰਟੈਲੀਜੈਂਟ ਕੁਐਸਚਨ ਇਹਦੇ ਵਿੱਚ ਇਦਾਂ ਹੈ ਕਿ ਦੇਖੋ ਪਹਿਲੀ ਚੀਜ਼ ਤਾਂ ਜਦੋਂ ਬੱਚਾ ਪੈਦਾ ਹੁੰਦਾ ਜਿਹੜਾ ਉਹਦਾ ਹੋਰੋਸਕੋਪ ਬਣ ਗਿਆ ਉਹ ਤੇ ਕਦੀ ਚੇਂਜ ਨਹੀਂ ਹੋਣਾ ਉਸ ਹੋਰੋਸਕੋਪ ਦੇ ਵਿੱਚ ਉਹਦੇ ਡਾਇਰੈਕਸ਼ਨਸ ਹੁੰਦੀਆਂ ਕਿ ਇਹ ਡਾਇਰੈਕਸ਼ਨਸ ਕੇ ਲਈ ਈਸਟ ਟਰੈਵਲ ਲਈ ਹੁੰਦੀ ਹੈ ਕਿ ਇਹਦੀ ਮੈਰਿਜ ਫਰਮ ਵੈਸਟ ਹੁੰਦੀ ਹੈ ਕਿ ਇਹਦਾ ਮਨੀ ਮੇਕਿੰਗ ਓਪਰਚੁਨਿਟੀ ਟੂਵਰਡ ਸਾਊਥ ਹੁੰਦੀ ਹੈ ਰਾਈਟ ਦੈਟਸ ਵਾਟ ਯੂ ਮੀਨ ਉਹਦੇ ਵਿੱਚ ਫਰਕ ਇੰਨਾ ਹੀ ਪੈਂਦਾ ਕਿ ਟਾਈਮਿੰਗ ਅੱਗੇ ਪਿੱਛੇ ਹੋ ਜਾਂਦੀ ਹੈ ਥੋੜੀ ਟਾਈਮਿੰਗ ਹੁਣ ਦੇਖੋ ਚੰਦਰ ਗ੍ਰਹਿਣ ਅਗਰ ਇੰਡੀਆ 'ਚ ਲੱਗਿਆ ਦੁਪਹਿਰ ਦੇ ਟਾਈਮ ਦੇ ਵਿੱਚ ਜੋ ਇੱਥੇ ਦੁਪਹਿਰ ਹੈ ਉੱਥੇ ਰਾਤ ਨੂੰ ਲੱਗਿਆ ਤੇ ਇੱਥੇ ਵੀ ਲੱਗੇਗਾ ਇਹ ਚੰਦਰ ਗ੍ਰਹਿਣ ਦਿਸੇਗਾ ਬੇਸ਼ੱਕ ਇੱਕ ਪਾਸਿਓਂ ਜਾਂ ਸੂਰਜ ਗ੍ਰਹਿਣ ਇੱਕ ਪਾਸਿਓਂ ਦਿਸੇਗਾ ਲੇਕਿਨ ਅਸਰ ਉਹਦਾ ਪੂਰੀ ਪ੍ਰਿਥਵੀ ਦੇ ਉੱਤੇ ਹੋਏਗਾ ਸੋ ਥੋੜਾ ਟਾਈਮਿੰਗ ਦਾ ਅੱਗੇ ਪਿੱਛੇ ਜ਼ਰੂਰ ਹੋ ਜਾਂਦਾ ਜਿੱਦਾਂ ਮੁਹੂਰਤ ਦੇ ਵਿੱਚ ਵੀ ਅਸੀਂ ਕਰਨੇ ਆ ਕਿ ਬਈ ਅਗਰ ਅਸੀਂ ਇੰਡੀਆ 'ਚ ਤਾਂ ਕਿਸੇ ਦੂਸਰੇ ਟਾਈਮ ਦਾ ਮੁਹੂਰਤ ਨਿਕਲਦਾ ਇੱਥੇ ਇੱਕ ਦਿਨ ਬਾਅਦ ਦੇ ਵਿੱਚ ਨਿਕਲ ਜਾਂਦਾ ਤਿਉਹਾਰ ਵੀ ਥੋੜੇ ਬਹੁਤੇ ਅੱਗੇ ਪਿੱਛੇ ਹੋ ਜਾਂਦੇ ਲੇਕਿਨ ਡੈਸਟਨੀ ਚੇਂਜ ਨਹੀਂ ਹੁੰਦੀ ਡੈਸਟਨੀ ਜਿਹੜੀ ਮੈਰਿਜ ਦੀ ਡੈਸਟਨੀ ਹੈ ਉਹ ਹਾਊਸ ਨੰਬਰ 7 ਦੇ ਵਿੱਚੋਂ ਠੀਕ ਹੈ ਉਹਨਾਂ ਦੀ ਮੈਰਿਜ ਕੰਪੈਟੀਬਿਲਿਟੀ ਜਦੋਂ ਅਸੀਂ ਗੁਣ ਮਿਲਾਨ ਕਰਨੇ ਆ ਉਹਦੇ ਵਿੱਚੋਂ ਇੱਕ D9 ਚਾਰਟ ਨਵਮਾਨਸ਼ਾ ਦੀ ਮੈਂ ਗੱਲ ਕਰ ਰਿਹਾ ਉਹਦੇ ਵਿੱਚੋਂ ਜਨਾਨੀ ਦੇ ਜਿਹੜੇ ਪਲੈਨਟਸ ਹੈਗੇ ਆ ਕੁਝ ਜਿੱਦਾਂ ਮੇਲ ਪਲੈਨਟ ਹੈਗੇ ਜੁਪੀਟਰ ਦੇ ਵਿੱਚੋਂ ਫਿਰ ਬੰਦੇ ਦਾ ਪਲੈਨਟ ਜਿੱਦਾਂ ਵੀਨਸ ਦੇ ਇਹਨਾਂ ਚੀਜ਼ਾਂ ਦੇ ਅੰਕਲਨ ਤੋਂ ਬਾਅਦ ਹੀ ਉਹਨਾਂ ਦੀ ਮੈਰਿਜ ਦੀ ਜਾਂ ਉਹਨਾਂ ਦੀ ਪਾਰਟਨਰਸ਼ਿਪ ਦੀ ਜਾਂ ਉਹਨਾਂ ਦੇ ਰਿਲੇਸ਼ਨਸ਼ਿਪ ਦੀ ਜਿਹੜੀ ਸਟਰੈਂਥ ਐਂਡ ਵੀਕਨੈਸ ਦਾ ਪਤਾ ਲੱਗਣਾ ਵਾਹ ਮੈਨੂੰ ਇਹਨਾਂ ਪਤਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਰਾਜੇ ਸੀ ਜਾਂ ਫਾਰਮਰਸ ਸੀਗੇ ਉਹ ਆਪਣੀ ਹਾਰਵੈਸਟਿੰਗ ਵੀ ਪਲੈਨਟਸ ਦੇ ਹਿਸਾਬ ਨਾਲ ਕਰਦੇ ਸੀਗੇ ਜਾਂ ਇਹ ਟਾਈਮ ਹੋ ਗਿਆ ਜਾਂ ਉਹਨਾਂ ਨੇ ਲੜਾਈਆਂ ਤੇ ਜਾਣਾ ਤੇ ਕਿਉਂਕਿ ਉਸ ਵਕਤ ਆਪਣੇ ਕੋਲ ਐਨੀ ਟੈਕਨੋਲੋਜੀ ਨਹੀਂ ਸੀ ਹੁੰਦੀ ਸੋ ਦੇ ਯੂਜ਼ਡ ਟੂ ਲੁੱਕ ਅਪ ਐਟ ਦ ਸਟਾਰਸ ਐਂਡ ਆਲ ਦੈਟ ਸਟਫ ਹੈ ਨਾ ਤੇ ਹੁਣ ਸਾਡੇ ਕੋਲ ਟੈਕਨੋਲੋਜੀ ਹੈ ਸਾਨੂੰ ਪਤਾ ਕੱਲ ਦਾ ਮੌਸਮ ਕਿਸ ਤਰ੍ਹਾਂ ਦਾ ਇਹ ਸਭ ਕੁਝ ਫਿਰ ਵੀ ਹਾਊ ਐਸਟ੍ਰੋਲੋਜੀ ਔਰ ਦ ਨੌਲੇਜ ਆਫ ਜਿਹੜੀ ਸਾਡੀ ਹੋਰੋਸਕੋਪ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਕਿ ਜਿਹੜੀ ਤੁਸੀਂ ਹੁਣੇ ਕਹਿ ਰਹੇ ਹੋ ਜਨਮ ਪੱਤਰੀ ਹੈ ਇਹਦੇ ਵਿੱਚ ਸਾਡੇ ਜੀਵਨ ਦੇ ਬਾਰੇ ਦੀ ਸਟੱਡੀ ਹੈ ਸਾਡੀ ਲਾਈਫ ਦੇ ਬਾਰੇ ਦੀ ਸਟੱਡੀ ਹੈਗੀ ਹੈ ਪਰ ਲਾਈਫ ਤਾਂ ਸਾਡੀ ਆਪਣੇ ਹੱਥਾਂ 'ਚ ਹੋ ਸਕਦੀ ਹੈ ਸਾਡੀ ਚੋਇਸਿਸ ਦੇ ਉੱਪਰ ਹੋ ਸਕਦੀ ਹੈ ਤੇ ਫਿਰ ਉਹਦੇ 'ਚ ਐਸਟ੍ਰੋਲੋਜੀ ਸਾਨੂੰ ਕਿੰਨੀ ਕੁ ਹੈਲਪ ਕਰ ਸਕਦੀ ਹੈ ਰਿਲੇਸ਼ਨਸ਼ਿਪਸ ਦੇ ਵਿੱਚ ਚਲੋ ਆਪਾਂ ਰਿਲੇਸ਼ਨਸ਼ਿਪਸ ਦੇ ਵਿੱਚ ਕਰਨਾ ਹੈ ਕਿ ਹਾਊ ਕੈਨ ਐਸਟ੍ਰੋਲੋਜੀ ਹੈਲਪ ਅਸ ਇਨ ਰਿਲੇਸ਼ਨਸ਼ਿਪਸ ਜਦੋਂ ਮੈਨੂੰ ਪਤਾ ਹੈ ਕਿ
ਮੇਰੇ ਕੋਲ ਚੋਇਸਸ ਨੇ, ਆਈ ਕੈਨ ਗੋ ਵਿਦ ਦਿਸ ਪਰਸਨ, ਮੈਂ ਇਸ ਪਰਸਨ ਨਾਲ ਜਾ ਸਕਦੀ ਹਾਂ, ਉਸ ਪਰਸਨ ਨਾਲ ਜਾ ਸਕਦੀ ਹਾਂ, ਤੇ ਉਸ ਉੱਥੇ ਐਸਟ੍ਰੋਲੋਜੀ ਕਿਸ ਤਰ੍ਹਾਂ ਹੈਲਪ ਕਰੇਗੀ? ਤੁਸੀਂ ਮੈਨੂੰ ਕਹਿ ਰਹੇ ਹੋ ਕਿ ਪੁੱਛ ਰਹੇ, ਬੇਸਿਕਲੀ ਤੁਹਾਡਾ ਕੁਐਸਚਨ ਇਹ ਹੈ ਕਿ ਫ੍ਰੀ ਵਿਲ ਨੂੰ ਤੁਸੀਂ ਐਸਟ੍ਰੋਲੋਜੀ ਦੇ ਨਾਲ ਕਿੱਦਾਂ ਜੋੜ ਸਕਦੇ Yeah. ਹੋ? ਦੇਖੀਏ, ਫ੍ਰੀ ਵਿਲ ਇੱਕ ਇਨਸਾਨ ਦਾ ਸਭ ਤੋਂ ਸਟਰੋਂਗ ਜਿਹੜੀ ਉਹਦੀ ਆਪਣੀ ਵਿਲ ਪਾਵਰ ਹੈਗੀ ਹੈ, ਉਹ ਬਹੁਤ ਸਟਰੋਂਗ choice, power of ਐਸੈਟ choice, ਹੈਗੀ ਹੈ, yeah. ਠੀਕ ਹੈ? ਐਸਟ੍ਰੋਲੋਜੀ ਇੱਕ ਟੂਲ ਹੈਗੀ ਹੈ। ਓਕੇ। ਇਹਨੂੰ ਇਦਾਂ ਸਮਝਣ ਦੀ ਲੋੜ ਹੈ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਇੱਕ ਬਹੁਤ ਅੱਛੇ ਸਵਿਮਰ ਹੋ, ਤੁਸੀਂ ਇੱਕ ਬਹੁਤ ਅੱਛੇ ਸਵਿਮਰ ਹੋ, ਤੁਹਾਨੂੰ ਇਹ ਨਹੀਂ ਪਤਾ ਕਿ ਕਿਹੜੇ ਪਾਸੇ ਨੂੰ ਤੈਰਨਾ, ਤੁਸੀਂ ਅਗੇਂਸਟ ਦਾ ਸਟ੍ਰੀਮ ਤੈਰਨਾ ਓਕੇ। ਕਿ ਵਿਦ ਦਾ ਸਟ੍ਰੀਮ ਤੈਰਨਾ। ਐਸਟ੍ਰੋਲੋਜੀ ਤੁਹਾਨੂੰ ਉੱਥੇ ਗਾਈਡ ਕਰਦੀ ਹੈ Okay. ਕਿ ਵਿਦ ਦਾ ਸਟ੍ਰੀਮ ਤੈਰੋ, ਆਪਣੀ ਫ੍ਰੀ ਵਿਲ ਜਿਹੜੀ ਹੈ ਉਹ ਵਿਦ ਦਾ ਸਟ੍ਰੀਮ ਲਾਓ, ਸੋ ਦੈਟ ਯੂ ਕੈਨ ਬੀ, ਤੁਸੀਂ ਆਪਣਾ ਜਿਹੜਾ ਸਵਿਮਿੰਗ ਉਹ ਸਮੂਥ ਹੋ ਜਾਏ, ਸਮੂਥ ਹੋ ਜਾਏ ਤੁਹਾਡੀ, ਰਾਦਰ ਦੈਨ ਕਿ ਗੁੱਡ ਵਿਲ ਨੂੰ ਤੁਸੀਂ ਅਗੇਂਸਟ ਦਾ ਸਟ੍ਰੀਮ ਵੀ ਯੂਜ਼ ਕੀਤਾ ਤੇ ਵਿਦ ਦਾ ਸਟ੍ਰੀਮ ਵੀ ਯੂਜ਼ ਕਰਨਾ। Very good. ਉਸ Nicely said. ਯਾ ਉਸ ਪਾਸੇ ਅਗਰ ਤੁਹਾਨੂੰ ਐਸਟ੍ਰੋਲੋਜੀ ਨੇ ਗਾਈਡ ਕਰ ਦਿੱਤਾ, ਮੇਰੇ ਕਲਾਇੰਟਸ ਆਂਦੇ, ਦੇਖੋ ਜੀ ਮੈਂ ਜਦੋਂ ਹੋਰੋਸਕੋਪ ਦੇਖਣਾ ਨਾ, ਮੈਨੂੰ ਦੇਖਦੇ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਬੰਦੇ ਦੀ ਇਹ ਸਟਰੈਂਥ ਹੈਗੀ ਹੈ। ਲੋਕੀ ਕਈ ਵਾਰੀ ਆਪਣੀ ਚੋਇਸਸ ਨੂੰ ਲੈ ਕੇ ਇੰਨਾ ਜ਼ਿਆਦਾ ਅਟੈਚ ਹੁੰਦੇ ਆ, ਚਾਹੇ ਉਹਦੇ ਬਿਜ਼ਨਸ ਚੋਇਸਸ ਹੋਣ, ਚਾਹੇ ਰਿਲੇਸ਼ਨਸ਼ਿਪ ਚੋਇਸਸ ਹੋਣ, ਚਾਹੇ ਉਹਨਾਂ ਦੀ ਲਾਈਫ ਸਟਾਈਲ ਚੋਇਸਸ ਹੋਣ, ਚਾਹੇ ਕਿਸੇ ਪਲੇਸ ਤੇ ਲਿਵਿੰਗ ਦੀ ਚੋਇਸਸ ਹੋਣ। ਮੈਨੂੰ ਪੁੱਛਦੇ ਆ ਕਿ ਨਹੀਂ ਇਹ ਤੇ ਤੈਅ ਹੈ ਕਿ ਮੈਂ ਟੋਰਾਂਟੋ ਰਹਿਣਾ, ਤੇ ਤੁਸੀਂ ਮੈਨੂੰ ਇਹ ਦੱਸੋ ਕਿ ਉੱਥੇ ਕੀ ਹੋ ਸਕਦਾ। ਸੋ ਮੇਰਾ ਆਨਸਰ ਇਹ ਹੁੰਦਾ ਹੈ ਕਿ ਮੈਂ ਕਿਹਾ ਉੱਥੇ ਕੀ ਹੋ ਸਕਦਾ, ਕੀ ਨਹੀਂ ਹੋ ਸਕਦਾ, ਉਹ ਬਾਅਦ ਦੀ ਗੱਲ ਹੈ, ਪਹਿਲੇ ਤੁਹਾਨੂੰ ਟੋਰਾਂਟੋ ਛੱਡਣਾ ਪੈਣਾ। ਉਹ ਕਿਉਂ ਵੀ? ਉਹ ਮੈਂ ਇਸ ਕਰਕੇ, ਕਿਉਂਕਿ ਉਹੀ ਜਿਹੜੀ ਚੀਜ਼ ਉਹਨੇ ਟੋਰਾਂਟੋ ਦੇ ਵਿੱਚ ਰਹਿ ਕੇ ਸਟਰਗਲ ਕਰਨੀ ਹੈ, ਉਹੀ ਚੀਜ਼ਾਂ ਨੇ ਦਿਨ ਰਾਤ, ਕਿਉਂਕਿ ਉਹ ਟੋਰਾਂਟੋ ਉਹਦੇ ਲਈ ਬਣਿਆ ਹੀ ਨਹੀਂ ਹੈ। ਉਹਦਾ ਹੋਰੋਸਕੋਪ ਕਹਿ ਰਿਹਾ ਕਿ ਉਹਦੇ ਲਈ ਟੋਰਾਂਟੋ ਨਹੀਂ ਬਣਿਆ, ਉਹਦੇ ਲਈ ਵੈਂਕੂਵਰ ਬਣਿਆ। ਮੈਂ ਉਹਨੂੰ ਗਾਈਡ ਕਰਨਾ ਹੈ ਕਿ ਜਿਹੜੀ ਤੂੰ ਮੁਸ਼ੱਕਤ ਟੋਰਾਂਟੋ 'ਚ ਕਰਨੀ ਹੈ, ਉਹ ਤੂੰ ਇੱਥੇ ਕਰ, ਤੇਰਾ 10 ਗੁਣਾ ਜ਼ਿਆਦਾ ਕੰਮ ਚੱਲ ਜਾਣਾ, ਤੂੰ 10 ਗੁਣਾ ਜ਼ਿਆਦਾ ਸਕਸੈਸਫੁਲ ਹੋਣਾ। ਸੋ ਦਿਸ ਕੈਨ ਬੀ ਯੂਜ਼ਡ ਐਜ਼ ਅ ਟੂਲ ਟੂ ਕੰਪਲੀਮੈਂਟ ਯੋਰ ਫ੍ਰੀ ਵਿਲ। ਸੋ ਦੈਨ ਦ ਕੁਐਸਚਨ ਕਮਸ ਕਿ ਕਈ ਲੋਕ ਟੇਵੇ ਵੀ ਮਿਲਾਉਂਦੇ ਆ, ਵਿਆਹਾਂ ਤੋਂ ਪਹਿਲੇ ਗੁਣ ਵੀ ਮਿਲਾ ਲੈਂਦੇ, ਸਾਰਾ ਕੁਝ, ਉਸ ਦੇ ਬਾਵਜੂਦ ਵੀ ਫਿਰ ਫੇਲ ਹੋ ਜਾਂਦੀਆਂ ਵਿਆਹ। ਗੁਣ ਮਿਲਾਉਣ ਦੇ ਵਿੱਚ ਵੀ ਕਈ ਚੀਜ਼ਾਂ ਹੁੰਦੀਆਂ, ਜਿੱਦਾਂ ਹੁਣ ਗੁਣ ਮਿਲਾਉਣ ਦਾ ਇੱਕ ਥਰਡ ਸਟੈਪ ਹੁੰਦਾ। ਦੇਖੋ, ਜਿਹੜੇ ਬੰਦੇ ਜਨਾਨੀ ਦਾ ਰਿਲੇਸ਼ਨਸ਼ਿਪ ਹੈ, ਚਾਹੇ ਵਿਆਹ ਦਾ ਰਿਲੇਸ਼ਨਸ਼ਿਪ ਹੈ, ਚਾਹੇ ਉਹ ਕਿਸੇ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਆ, ਕਈ ਚੀਜ਼ਾਂ ਦੀ ਕੰਪੈਟੇਬਿਲਿਟੀ ਦੇ ਉੱਤੇ ਜੁੜਿਆ। ਇੱਕ ਫਾਈਨੈਂਸ਼ੀਅਲ ਕੰਪੈਟੇਬਿਲਿਟੀ ਹੁੰਦੀ ਹੈ, ਹੈਲਥ ਕੰਪੈਟੇਬਿਲਿਟੀ ਹੁੰਦੀ ਹੈ, ਲਵ ਕੰਪੈਟੇਬਿਲਿਟੀ ਹੁੰਦੀ ਹੈ, ਇਮੋਸ਼ਨਲ ਕੰਪੈਟੇਬਿਲਿਟੀ ਹੁੰਦੀ ਹੈ, ਐਂਡ ਲਾਸਟ ਬਟ ਨਾਟ ਦ ਲੀਸਟ ਸਪਿਰਿਚੁਅਲ ਕੰਪੈਟੇਬਿਲਿਟੀ ਹੁੰਦੀ ਹੈ। ਵਾਓ। ਠੀਕ ਹੈ। ਹਾਂ। ਇਹ ਚੀਜ਼ਾਂ, ਇਹ ਜਿਹੜੀਆਂ ਚੀਜ਼ਾਂ ਦੀ ਅਸੀਂ ਇੱਕ ਦੂਜੇ ਨੂੰ ਅਗਰ ਲੱਭਦੇ ਪਏ ਨਾ, ਤੇ ਉਹ ਤਾਂ ਰਾਮ ਸੀਤਾ ਦੀ ਜੋੜੀ 'ਚ ਵੀ ਨਹੀਂ ਸੀ। ਸੱਚੀ ਗੱਲ ਹੈ। ਸਹੀ ਗੱਲ। ਆਈ ਨੋ। ਯਾ ਵੈਲ ਸੈਡ। ਹਾਂ, ਬਿਲਕੁਲ। ਇਸ ਚੀਜ਼ ਦੇ ਵਿੱਚ ਅਗਰ ਸਪੋਜ਼ ਕਰੋ ਲਵ ਹੈਗਾ ਤੇ ਫਾਈਨੈਂਸਿਸ ਨਹੀਂ ਹੈਗੇ, ਉੱਥੇ ਲੜਾਈ ਫਾਈਨੈਂਸਿਸ ਲਵ ਹੈਗਾ ਤੇ ਮੈਂਟਲ ਕੰਪੈਟੇਬਿਲਿਟੀ ਨਹੀਂ ਹੈਗੀ। ਠੀਕ ਹੈ, ਠੀਕ ਹੈ। ਇਹ ਤਿੰਨੇ ਚੀਜ਼ਾਂ ਹੈਗੀਆਂ, ਲਵ ਵੀ ਹੈਗਾ, ਮੈਂਟਲ ਕੰਪੈਟੇਬਿਲਿਟੀ ਹੈਗੀ ਹੈ, ਫਾਈਨੈਂਸਿਸ ਵੀ ਹੈਗੇ ਤੇ ਹੈਲਥ ਨਹੀਂ ਹੈਗੀ। ਠੀਕ ਹੈ। ਸੋ ਇਹਦੇ ਵਿੱਚ ਇਹ ਹੁੰਦਾ ਕਿ ਜੋ ਕੁਝ ਵੀ ਹੈਗਾ ਆ, ਉਸ ਨੂੰ ਕਿੱਦਾਂ ਯੂਜ਼ ਕਰਨਾ ਆਪਣੀ ਫੇਵਰ ਦੇ ਲਈ। ਔਰ ਕਮਿੰਗ ਬੈਕ ਟੂ ਯੋਰ ਕੁਐਸਚਨ ਕਿ ਕਿੱਦਾਂ ਐਨਾਲਿਸਿਸ ਕਰਨੇ, ਐਨਾਲਿਸਿਸ ਕਰਨ ਦੇ ਵਿੱਚ ਪਹਿਲੇ ਬੰਦੇ ਜਨਾਨੀ ਦਾ ਜਿਹੜੇ ਹੋਰੋਸਕੋਪ ਹੈਗੇ ਆ, ਉਹਦੇ ਵਿੱਚ ਉਹਦੇ ਮੇਲ ਤੇ ਫੀਮੇਲ ਪਲੈਨਟ ਦੀ ਕੰਪੈਟੇਬਿਲਿਟੀ ਚੈੱਕ ਕਰਨੇ ਆ। ਦੂਜੇ ਨੰਬਰ ਤੇ ਅਸੀਂ ਚੈੱਕ ਕਰਨੇ ਲੌਂਜੀਟਿਵਿਟੀ। ਲੌਂਜੀਟਿਵਿਟੀ ਹੁੰਦੀ ਹੈ ਕਿ ਕਿੰਨੀ ਇਹਦੀ ਡਿਊਰੇਸ਼ਨ ਹੈ। ਹੁਣ ਦੇਖੋ ਤੁਸੀਂ ਕੰਪੈਟੇਬਿਲਿਟੀ ਦੀ ਕਿੰਨੀ ਡਿਊਰੇਸ਼ਨ? ਕੰਪੈਟੇਬਿਲਿਟੀ ਥਰਡ ਸਟੈਪ ਹੁੰਦਾ। ਲੌਂਜੀਟਿਵਿਟੀ ਕਿ ਇੱਕ ਬੰਦਾ ਜਨਾਨੀ, ਕਿਉਂਕਿ ਜਦੋਂ ਤੁਸੀਂ ਇੱਕ ਦੂਸਰੇ ਦੇ ਨਾਲ ਆ ਜਾਂਦੇ ਹੋ ਨਾ, ਤੁਹਾਡੇ ਡੈਸਟਨੀ ਰਲ ਜਾਂਦੀਆਂ। ਤੇ ਇਫ ਯੂਰ ਲਾਈਫ ਸਪੈਨ ਇਜ਼ ਸ਼ਾਰਟਨਡ ਆਫਟਰ ਦੈਟ, ਇੱਕ ਬੰਦੇ ਦੇ ਨਾਲ ਤੁਸੀਂ ਰਹਿ ਕੇ 10 ਸਾਲ ਨਹੀਂ, ਤੁਹਾਡੀ ਜ਼ਿੰਦਗੀ ਬਿਮਾਰੀਆਂ ਲੱਗ ਜਾਂਦੀਆਂ, ਰੋਗ। ਸੋ ਲੌਂਜੀਟਿਵਿਟੀ ਆਫ ਅ ਰਿਲੇਸ਼ਨਸ਼ਿਪ ਐਂਡ ਲੌਂਜੀਟਿਵਿਟੀ ਆਫ ਲਾਈਫ ਡਿਊਰੇਸ਼ਨ, ਉਹ ਵੀ ਅਸੀਂ ਚੈੱਕ ਕਰਨੇ ਕਿ ਤੁਸੀਂ ਵਿਆਹ ਕਰਾਉਣ ਲੱਗੇ ਹੋ, ਤੁਹਾਡਾ ਵਿਆਹ ਤੇ 2 ਮਹੀਨੇ ਬਾਅਦ ਟੁੱਟ ਜਾਣਾ, ਕਿਉਂ ਕਰਾਉਣ ਲੱਗੇ ਹੋ? ਇਹ ਚੀਜ਼ ਹੁੰਦੀ। ਇਹ ਦੂਸਰੇ ਨੰਬਰ ਤੇ ਯੂ ਹੈਵ ਕੁਐਸਚਨ? ਨੋ ਆਮ ਜਸਟ ਥਿੰਕਿੰਗ ਕਿ ਫਿਰ ਜਿਹੜੇ ਹੁਣ ਇੱਥੇ ਗੋਰੇ ਨੇ ਜਾਂ ਉਹ ਇਹ ਸਾਰਾ ਕੁਝ ਚੈੱਕ ਕਰਦੇ ਨਹੀਂ, ਤੇ ਇਸ ਕਰਕੇ ਮੇਬੀ ਇਹਨਾਂ ਦੇ ਸਾਰਾ ਕੁਝ ਰਿਲੇਸ਼ਨਸ਼ਿਪਸ ਇੰਨੀਆਂ ਪ੍ਰੋਬਲਮ ਆਉਂਦੀਆਂ, ਜਾਂ ਹੋ ਸਕਦਾ ਇਸ ਕਰਕੇ ਇੱਥੇ ਆ ਕੇ ਅਸੀਂ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਹੀਂ ਮਿਲਾਉਂਦੇ, ਤੇ ਮੈਂ ਇਹ ਸੋਚ ਰਹੀ ਹਾਂ ਕਿ ਜਿਨ੍ਹਾਂ ਦੇ ਟੇਵੇ ਮਿਲਦੇ ਸੀਗੇ ਜਾਂ ਨਹੀਂ ਵੀ ਮਿਲਦੇ ਸੀਗੇ, ਸਾਡੇ ਜਿਹੜੇ ਐਨਸੈਸਟਰ ਸੀਗੇ ਜਾਂ ਸਾਡੇ ਪੇਰੈਂਟ ਸੀਗੇ, ਉਹਨਾਂ ਦੀ ਜਿਹੜੀਆਂ ਮੈਰਿਜਸ ਨੇ ਕਾਫੀ ਦੇਰ ਤੱਕ ਟਿਕੀਆਂ ਰਹੀਆਂ, ਜਾਂ ਕੰਪਰੋਮਾਈਜ਼ਸ ਜ਼ਿਆਦਾ ਸੀਗੇ। ਆਮ ਜਸਟ ਟਰਾਈਂਗ ਟੂ ਥਿੰਕ ਕਿ ਕਿਸ ਤਰੀਕੇ ਨਾਲ ਹੁਣ ਤੁਸੀਂ ਮੈਨੂੰ ਸਮਝਾ ਰਹੇ ਹੋ, ਇੰਨੀਆਂ ਸਾਰੀਆਂ ਕੰਪੈਟੇਬਿਲਿਟੀਜ਼ ਨਹੀਂ ਹੁੰਦੀਆਂ ਕਿਸੇ ਦੇ ਵਿੱਚ ਵੀ,
ਪਰ ਜਾਂ ਕੰਪਰੋਮਾਈਜ਼ ਜ਼ਿਆਦਾ ਹੁੰਦੇ ਆ। ਸੋ ਆਮ ਜਸਟ ਥਿੰਕਿੰਗ ਕਿ ਇੰਨੇ ਸਾਰੇ ਗੁਣ ਮਿਲਾਉਣ ਤੋਂ ਬਾਅਦ ਜੇ ਅਗਰ ਐਸਟ੍ਰੋਲੋਜੀ ਸਾਡੀ ਹੈਲਪ ਕਰ ਸਕਦੀ ਹੈ ਤੇ ਫਿਰ ਸਾਨੂੰ ਹੈਲਪ ਲੈਣੀ ਚਾਹੀਦੀ ਹੈ। ਯਾ ਅਮਨ ਦੇਖੋ, ਚਾਹੇ ਗੋਰੇ ਹੋਣ ਚਾਹੇ ਇੰਡੀਅਨ ਹੋਣ ਕਾਲੇ ਹੋਣ ਕੋਈ ਵੀ ਹੋਣ, ਜਿਹੜਾ ਕੀ ਕਹਿੰਦੇ ਹੁੰਦੇ ਆ ਤੁਹਾਡੀ ਡੈਸਟਨੀ ਹੈ ਨਾ, ਉਹ ਤੇ ਤੁਹਾਡੇ ਨਾਲ ਨਾਲ ਰਹਿਣੀ ਹੈ। ਮੈਂ ਉਸੇ ਤੁਹਾਡੇ ਕੁਐਸਚਨ ਨੂੰ, ਮੈਂ ਪਿਛਲੇ ਕੁਐਸਚਨ ਨੂੰ ਕੰਪਲੀਟ ਕਰ ਰਿਹਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਕਿ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਵੀ ਪ੍ਰੋਬਲਮਸ ਕਿਉਂ ਆਉਂਦੀਆਂ। ਪ੍ਰੋਬਲਮਸ ਇਸ ਕਰਕੇ ਆਉਂਦੀਆਂ ਕਿ ਚੈੱਕ ਕਰਨ ਦੇ ਵਿੱਚ ਹੀ ਕਮੀ ਰਹਿ ਜਾਂਦੀ ਹੈ। ਇਹ ਜਿਹੜੀਆਂ ਕੰਪੈਟੇਬਿਲਿਟੀਜ਼ ਮੈਂ ਦੱਸੀਆਂ ਚੈੱਕ ਕਰਨ ਦੇ ਵਿੱਚ ਹੀ, ਉਸ ਨੂੰ ਜਦੋਂ ਕਮੀ ਰਹਿ ਜਾਂਦੀ ਹੈ, ਜਦੋਂ ਰਿਲੇਸ਼ਨ ਤੁਹਾਡਾ ਫੇਲੀਅਰ ਹੋ ਜਾਂਦਾ, ਤੁਸੀਂ ਉਸ ਵਿੱਚ ਬਹਾਨੇ ਲੱਭ ਲੈਂਦੇ ਹੋ ਕਿ ਅਸੀਂ ਗੁਣ ਨਹੀਂ ਸੀ ਮਿਲਾਏ। ਇਹਨਾਂ ਕੰਪੈਟੇਬਿਲਿਟੀ ਦੇ ਵਿੱਚੋਂ ਹੋ ਕੇ ਜਦੋਂ ਤੁਹਾਨੂੰ ਪਿਆਰ ਹੋਣਾ, ਦੈਟਸ ਗੋਇੰ ਟੂ ਬੀ ਡਿਵਾਈਨ ਲਵ। ਡਿਵਾਈਨ ਲਵ, ਲਵ ਨੂੰ ਡਿਫਾਈਨ ਕਰਨਾ ਇੰਨਾ, ਉਹ ਦ ਲਵ ਅਤੇ ਅੱਲਾ ਦਾ ਨਾਮ ਹੈ, ਖੁਦਾ ਕੀ ਜਾਤ ਹੈ ਲਵ। ਸੋ ਪਿਆਰ ਹੈ ਗਾਈਡ ਮੈਂ ਇੱਦਾਂ ਕਰਾਂਗਾ ਕਿ ਬਈ ਅਗਰ ਉਹਨਾਂ ਦਾ ਪਿਆਰ ਅੱਗੇ ਕੰਪਲੀਮੈਂਟ ਹੋ ਰਿਹਾ, ਪ੍ਰਵਾਨ ਚੱਲ ਰਿਹਾ, ਮੈਂ ਕਹਿੰਦਾ ਵਾਹ, ਤੁਸੀਂ ਥੋੜੀਆਂ ਬਹੁਤੀਆਂ ਇਹ ਚੀਜ਼ ਹੈਗੀ ਇੱਦਾਂ ਕਰ ਲਓ ਵਿਦ ਨੌਲੇਜ ਕਿ ਇਹ ਤੁਸੀਂ ਇਹ ਇੱਦਾਂ ਕਰ ਲਓ, ਇਹ ਰੈਮੀਡੀਜ਼ ਕਰ ਲਓ, ਇੱਦਾਂ ਕਰ ਲਓ ਤੇ ਠੀਕ ਹੈ। ਲੇਕਿਨ ਅਗਰ ਉਹਦੇ ਵਿੱਚ ਪ੍ਰੋਬਲਮ ਹੈ ਤੇ ਆਈ ਐਮ ਵੈਰੀ ਬਲੰਟ ਐਸਟ੍ਰੋਲੋਜਰ, ਮੈਂ ਉਹਨਾਂ ਨੂੰ ਕਹਾਂਗਾ ਦਿਸ ਇਜ਼ ਨਾਟ ਗੋਇੰ ਟੂ ਵਰਕ। ਸੋ if I don't blame me later on, if you face the things that I'm telling you that you're going to suffer, please don't come to me again saying oh sir ਤੁਸੀਂ ਤਾਂ ਮੈਨੂੰ ਕਿਹਾ ਸੀਗਾ ਫੇਰ ਇਦਾਂ ਹੋ ਗਿਆ। ਮੈਂ ਉਹਨਾਂ ਨੂੰ ਇਹੀ ਕਹਿਣਾ, ਪਲੀਜ਼ ਹਾਲੇ ਮੌਕਾ ਹੈਗਾ। ਕੁਐਸਚਨਸ ਸਾਡੇ ਕੋਲ ਬਹੁਤ ਨੇ, ਬਹੁਤ ਸਾਰੇ ਹੋਰ ਵੀ ਪ੍ਰਸ਼ਨਸ ਨੇ ਤੇ ਸੰਜੀਵ ਜੀ ਨੂੰ ਅਸੀਂ ਦੁਬਾਰਾ ਤੋਂ ਲੈ ਕੇ ਆਵਾਂਗੇ। ਵੀ ਵਿਲ ਬੀ ਡੂਇੰਗ ਅ ਸੀਰੀਜ਼ ਇਹਨਾਂ ਦੇ ਨਾਲ ਕਰਾਂਗੇ। ਤੇ ਜੇ ਤੁਹਾਡੇ ਕੋਲ ਕੋਈ ਕੁਐਸਚਨਸ ਹੋਣ ਜਿਹੜੇ ਤੁਸੀਂ ਸੰਜੀਵ ਕਟੋਚ ਜੀ ਨੂੰ ਪੁੱਛਣੇ ਹੋ, ਤੁਸੀਂ ਸਾਡਾ ਜਿਹੜਾ ਫੋਨ ਨੰਬਰ ਥੱਲੇ ਦਿੱਤਾ ਜਾ ਰਿਹਾ ਹੈ, ਸੰਜੀਵ ਜੀ ਦਾ ਵੀ ਫੋਨ ਨੰਬਰ ਦਿੱਤਾ ਜਾਏਗਾ, ਉੱਥੇ ਤੁਸੀਂ ਉਹਨਾਂ ਨੂੰ ਵੀ ਫੋਨ ਕਰ ਸਕਦੇ ਹੋ ਜਾਂ ਮੇਰੇ ਨਾਲ ਵੀ ਕਨੈਕਟ ਕਰ ਸਕਦੇ ਹੋ। ਸੰਜੀਵ ਕਟੋਚ ਜੀ ਨਾਲ ਵੀ ਤੁਸੀਂ ਉਹਨਾਂ ਦੇ ਫੇਸਬੁੱਕ ਤੇ ਵੀ ਕਨੈਕਟ ਕਰ ਸਕਦੇ ਹੋ, ਮੇਰੇ ਨਾਲ ਸ਼ੈਲੀ ਕੌਰ ਫੇਸਬੁੱਕ ਪੇਜ ਤੇ ਵੀ ਮੇਰੇ ਨਾਲ ਕਨੈਕਟ ਕਰ ਸਕਦੇ ਹੋ, shellySandhu40@gmail.com। ਤੇ ਇੱਕ ਵਾਰੀ ਤੁਸੀਂ ਆਪਣਾ ਫੋਨ ਨੰਬਰ ਵੀ ਦੱਸ ਦਿਓ। ਹਾਂਜੀ, ਮੇਰਾ ਫੋਨ ਨੰਬਰ ਹੈ ਜੀ 6047831451। ਤੇ ਇਹ ਇਹਨਾਂ ਦਾ ਨੰਬਰ ਹੈ ਕਿ ਜੇ ਤੁਹਾਡੇ ਕੋਲ ਕੁਐਸਚਨਸ ਹੈਗੇ ਪਲੀਜ਼ ਫੀਲ ਫ੍ਰੀ ਟੂ ਆਸਕ ਅਸ। ਥੈਂਕ ਯੂ ਫॉर ਵਾਚਿੰਗ ਵੈਲਨੈਸ ਵਾਈਬਸ। ਸਤਿ ਸ਼੍ਰੀ ਅਕਾਲ। ਥੈਂਕ ਯੂ।